ਤੇ ਜਿਹੜੀ ਹੱਥ ਪੈਰ ਜਮਾ ਫਿਰ ਟੱਟ ਸੀਗੇ ਤੇ ਪਰਿਵਾਰ ਛੱਡ ਕੇ ਜੋੜੇ ਝਾੜਦਾ ਰਿਹਾ। ਰੋਟੀ ਕਿਤੇ ਖਵਾਤੀ ਤੇ ਭੁੱਖੇ ਤੇ ਐਵੇਂ ਸਾਰੀ ਜਮਾ ਹੀ ਡੱਡ ਹੋ ਗਏ ਸੀ ਹੱਥ ਪੈਰ ਡੱਡ ਪਾ ਗੁਰੂ ਘਰੇ ਵਿੱਚ ਜੋੜੇ ਝਾੜਦਾ ਰਿਹਾ। ਅਗਲੀ ਸੱਟ ਕੇ ਡੱਡ ਗਈ ਵੀ ਆਪੇ ਤੁਰਿਆ ਫਿਰੂ ਬਾਹਰ ਅੰਦਰ ਵੀ ਆਪੇ ਮਾਰ ਖੱਪ ਜੂ। ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ। ਇਹ ਪਾਤਸ਼ਾਹ ਨੇ ਬਾਣੀ ਵਿੱਚ ਕਿਰਪਾ ਕੀਤੀ ਹੈ ਵੀ ਜਿਹੜਾ ਪਾਰਬ੍ਰਹਮ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆਉਂਦਾ ਹੈ, ਸਗਲ ਭੈ ਲਾਥੇ, ਸਾਰੇ ਉਹਦੇ ਜ਼ਿੰਦਗੀ ਦੇ ਡਰ ਦੂਰ ਹੋ ਜਾਂਦੇ ਨੇ। ਦੁੱਖ ਬਿਨਸੇ, ਦੁੱਖਾਂ ਦਾ ਵਿਨਾਸ਼ ਹੋ ਜਾਂਦਾ ਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਔਰ ਪਾਤਸ਼ਾਹ ਨੇ ਇਹ ਆਪਣੀਆਂ ਬਾਣੀ ਦੀਆਂ ਜਿਹੜੀਆਂ ਪੰਕਤੀਆਂ ਨੇ, ਇਹ ਕੇਵਲ ਲਿਖਣ ਤੱਕ ਜਾਂ ਬਿਆਨ ਕਰਨ ਤੱਕ ਸੀਮਤ ਨਹੀਂ, ਇਹ ਪ੍ਰਗਟ ਤੌਰ ਤੇ ਇਹ ਅੱਜ ਬਹੁਤ ਸਾਰਾ ਜੋ ਹੈ ਇਹ ਭੁਲੇਖੇ ਸਾਡੇ ਦੂਰ ਹੋਣ ਵਾਲੇ ਨੇ। ਕਿਉਂਕਿ ਬਹੁਤ ਲੋਕ ਐਸੇ ਨੇ ਜਿਹੜੇ ਕਹਿੰਦੇ ਨੇ ਗੁਰੂ ਘਰ ਜਾਣ ਦੀ ਕੀ ਲੋੜ ਹੈ, ਗੁਰੂ ਘਰੋਂ ਦੁੱਖ ਦੂਰ ਨਹੀਂ ਹੁੰਦੇ। ਗੁਰੂ ਘਰ ਜਾ ਕੇ ਜੇ ਦੁੱਖ ਦੂਰ ਹੁੰਦੇ ਹੋਣ ਤੇ ਡਾਕਟਰਾਂ ਕੋਲ ਜਾਂ ਹਸਪੀਟਲ ਜੇ ਇਹ ਸਾਰੇ ਬੰਦ ਹੋ ਜਾਣ। ਸੋ ਅੱਜ ਆਪਾਂ ਇੱਕ ਐਸੀ ਸ਼ਖਸੀਅਤ ਨਾਲ ਮਿਲ ਰਹੇ ਹਾਂ ਜਿਹਨੂੰ ਤੁਸੀਂ ਦੇਖ ਰਹੇ ਹੋ, ਭਾਈ ਨਿਰਮਲ ਸਿੰਘ ਜੀ। ਇਹ ਆਪਣੇ ਜੀਵਨ ਦੀਆਂ ਜੋ ਇਹਨਾਂ ਦੇ ਜੀਵਨ ਵਿੱਚ ਔਖੇ ਸਮੇਂ ਆਏ, ਦੁੱਖਾਂ ਭਰਿਆ ਸਮਾਂ ਆਇਆ ਔਰ ਕਿਵੇਂ ਸਤਿਗੁਰ ਦੀ ਕਿਰਪਾ ਨਾਲ ਇਹ ਦੂਰ ਹੋਇਆ, ਆਪਾਂ ਉਹਨਾਂ ਨਾਲ ਸਾਰੀ ਗੱਲ ਕਰਦੇ ਹਾਂ। ਭਾਈ ਨਿਰਮਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਨਿਰਮਲ ਸਿੰਘ ਜੀ, ਪਹਿਲਾਂ ਤਾਂ ਤੁਸੀਂ ਇਹ ਦੱਸੋ ਆਪਣਾ ਨਗਰ ਕਿਹੜਾ ਹੈ ਤੇ ਇੱਥੇ ਕਦੋਂ ਇਸ ਸਥਾਨ ਤੇ ਆਏ? ਇਹ ਸਥਾਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਚਰਨ ਛੋਹ ਪ੍ਰਾਪਤ ਧਰਤੀ ਹੈ ਤੇ ਆਪਣਾ ਨਗਰ ਕਿਹੜਾ ਤੇ ਕਿਸ ਸਮੇਂ ਆਏ ਇੱਥੇ? ਸਾਡਾ ਪਿੰਡ ਹੈਗਾ ਜੀ ਭਾਈ ਸਾਹਿਬ ਗੁਰਦੇਵ ਸਿੰਘ ਕੌਂਕੇ ਕਲਾ ਤੇ ਇੱਥੇ ਦੇ ਰਹਿਣ ਵਾਲੇ ਸਾਨੂੰ ਅੱਜ 15-20 ਸਾਲ ਹੋ ਗਏ ਸੇਵਾ ਕਰਦਿਆਂ ਨੂੰ। ਤੇ ਜਿਹੜੀ ਹੱਥ ਪੈਰ ਜਮਾ ਫਿਰ ਟੱਟ ਸੀਗੇ ਤੇ ਪਰਿਵਾਰ ਛੱਡ ਕੇ ਕੋਈ ਨਹੀਂ, ਇਮੋਸ਼ਨਲ ਨਾ ਹੋਵੋ, ਉਹ ਪਰਮੇਸ਼ਰ ਬਹੁਤ ਵੱਡੀ ਹਸਤੀ ਆ ਤੇ ਕੋਈ ਗੱਲ ਨਹੀਂ। ਤੇ ਇਹ ਤੁਹਾਡੇ ਨਾਲ ਇਹ ਹਾਦਸਾ ਕਦੋਂ ਵਾਪਰਿਆ? ਤੁਹਾਡੀ ਉਦੋਂ ਮਤਲਬ ਸ਼ਾਦੀ ਹੋ ਗਈ ਸੀ? ਕਿੰਨੀ ਉਮਰ ਸੀ? ਸਾਥੀ ਜੀ ਹਾਂ ਜੀ 4 ਬੱਚੇ ਸੀਗੇ। ਕੁੜਦੀ ਮਾਰਦੀ ਸੀਗੀ ਘਰ ਵਾਲੀ। ਇੱਥੇ ਚਲੋ ਆ ਗਿਆ ਤੇ ਆ ਕੇ ਪ੍ਰਸ਼ਾਦਾ ਪਾਣੀ ਸਕਦੇ ਰਹੇ ਤੇ ਜੋ ਮੇਰੇ ਬਾਅਦ ਸਰੀਰ ਨੂੰ ਆਖਿਆ ਵੀ ਤੈਨੂੰ ਮੁਕਤ ਪ੍ਰਸ਼ਾਦਾ ਨਹੀਂ ਸਕਾ ਦੇਣਾ ਵੀ ਉਹ ਚੰਗਾ ਭਲਾ ਉਹਦੇ ਗੁਰੂ ਘਰੇ ਆਏ ਨੇ ਤੇ ਸਾਰੇ ਬਸ ਜੋੜੇ ਝਾੜਦਾ ਰਿਹਾ। ਰੋਟੀ ਕਿਤੇ ਖਵਾਤੀ ਤੇ ਭੁੱਖੇ ਤੇ ਐਵੇਂ ਤੇ ਜਿਹੜਾ ਤੁਹਾਡੇ ਸਰੀਰ ਨੂੰ ਕੋਈ ਪਰੇਸ਼ਾਨੀ ਆਈ ਸੀ, ਉਹ ਕਦੋਂ ਆਈ ਸੀ? ਕਿਸ ਤਰ੍ਹਾਂ ਇਹ ਮਤਲਬ ਪਰੇਸ਼ਾਨੀ ਹੋ ਗਈ ਸੀ ਤੁਹਾਡੇ ਸਰੀਰ ਨੂੰ? ਸਾਰੀ ਜਮਾਂ ਹੀ ਡੱਡ ਹੋ ਗਏ ਸੀ ਹੱਥ ਪੈਰ ਡੱਡ ਪਾ ਗੁਰੂ ਘਰੇ ਵਿੱਚ ਜੋੜੇ ਝਾੜਦਾ ਰਿਹਾ। ਉਦੋਂ ਸਾਲ ਦੇ ਅੰਦਰ ਅੰਦਰ ਫਿਰ ਮੈਂ ਜਮਾਂ ਤੋਂ ਠੀਕ ਹੋ ਗਿਆ। ਕੋਈ ਦਵਾਈ ਬੂਟੀ ਨਹੀਂ ਲਈ, ਕੋਈ ਬਸ ਵਾਹਿਗੁਰੂ ਸੇਵਨ ਕਰੀ ਗਿਆ, ਜੋੜੇ ਚੜੀ ਗਿਆ। ਤੇ ਤੁਹਾਡੇ ਮਨ ਵਿੱਚ ਕਿਸ ਤਰ੍ਹਾਂ ਆਇਆ ਵੀ ਮੇਰਾ ਸਰੀਰ ਇਹਨਾਂ ਡੈਡ ਹੈ, ਹੱਥ ਪੈਰ ਤੁਸੀਂ ਕਹਿੰਦੇ ਹੋ ਮੁੜ ਗਏ ਤੇ ਲੋਕ ਹਸਪਤਾਲਾਂ ਨੂੰ ਡਾਕਟਰਾਂ ਵੱਲ ਭੱਜਦੇ ਨੇ, ਤੁਸੀਂ ਗੁਰੂ ਘਰ ਕਿਵੇਂ ਆਏ? ਗੁਰੂ ਘਰ ਜੀ ਇੱਥੇ ਛੱਡ ਕੇ ਕੋਈ ਬੰਦਾ ਮੈਨੂੰ ਇੱਥੇ ਬੰਦਾ ਇੱਥੇ ਰਾਹ ਤਾਰ ਕੇ ਚੱਲ ਇੱਥੇ ਹੌਲੀ ਹੌਲੀ ਜੋੜੇ ਝਾੜੀ ਚੱਲ ਤੇ ਉੱਥੇ ਜੇ ਘਰੇ ਆਏ ਕੋਈ ਬਾਹਰ ਲੱਗਿਆ ਹੋਇਆ ਸੀ ਤੇ ਫਿਰ ਇੱਥੇ ਹੌਲੀ ਹੌਲੀ ਬਸ ਘਰ ਦਾ ਮੈਂ ਖਿਆਲ ਹੀ ਭੁੱਲ ਗਿਆ ਮੈਨੂੰ ਘਰੇ ਹੈ ਨਹੀਂ, ਤੁਸੀਂ ਕਿਹਾ ਜਦੋਂ ਘਰ ਗਏ, ਘਰ ਦਰਵਾਜ਼ਾ ਲੱਗਿਆ ਸੀ, ਉਹ ਦਰਵਾਜ਼ਾ ਮਤਲਬ ਕੋਈ ਹੋਰ ਲਾ ਕੇ ਚਲਾ ਗਿਆ? ਘਰ ਵਾਲੀ ਛੱਡ ਕੇ ਡੱਟ ਗਈ ਵੀ ਆਪੇ ਤੁਰਿਆ ਫਿਰੂ ਬਾਹਰ ਅੰਦਰ ਵੀ ਆਪੇ ਮਾਰ ਖੱਪ ਜੂ। ਅੱਛਾ, ਤੇ ਘਰ ਵਾਲੀ ਮਤਲਬ ਛੱਡ ਕੇ ਚਲੀ ਗਈ ਕਿਤੇ? ਚਲੀ ਗਈ ਸੀ। ਤੁਹਾਡੇ ਘਰ ਨੂੰ ਜਿੰਦਾ ਲਾ ਜਿੰਦਾ ਗਈ? ਲੱਗ ਗਈ ਜੀ। ਮੈਂ ਫਿਰ ਇੱਥੇ ਰਹਿਣ ਲੱਗਿਆ ਸੀ ਪੱਕਾ ਹੀ ਤੇ ਰਹਿਣ ਬਸ ਇੱਥੇ ਪ੍ਰਸ਼ਾਦਾ ਪਾਣੀ ਦਾ ਨਾਨ ਸਰ ਵੀ 3 ਸਾਲ ਸੇਵਾ ਕੀਤੀ ਅਸੀਂ ਤੇ ਚੱਲ ਫਿਰ ਟਾਈਮ ਪਾਸ ਹੁੰਦਾ ਰਿਹਾ। ਇੱਥੇ ਕਹਿ ਸੁਣ ਕੇ ਕਮੇਟੀ ਵਾਲੇ ਨੇ ਚੱਲ ਵਿਆਹ ਸ਼ਾਦੀ ਕਰਾਤੀ, ਇਹ ਵੀ ਲੱਤ ਤੋਂ ਆ ਰਹੀ ਆ ਤੇ 2 ਬੱਚੇ ਆਉਣੇ ਇਹ ਤੇ ਚੱਲ ਟਾਈਮ ਪਾਸ ਹੋਈ ਜਾਂਦਾ ਇੱਥੇ। 15-20 ਸਾਲ ਹੋ ਗਏ ਸਾਨੂੰ। ਆਪਾਂ ਜਿਵੇਂ ਮੈਂ ਪਹਿਲਾਂ ਇੱਕ ਗੱਲ ਕਹੀ ਆ ਵੀ ਬਹੁਤ ਲੋਕ ਐਸੇ ਨੇ ਜਿਹੜੇ ਕਹਿੰਦੇ ਨੇ ਵੀ ਜੇ ਗੁਰਦੁਆਰਿਆਂ ਦੇ ਵਿੱਚ ਆ ਕੇ ਦੁੱਖ ਦੂਰ ਹੁੰਦੇ ਹੋਣ, ਸਰੋਵਰਾਂ ਵਿੱਚ ਇਸ਼ਨਾਨ ਕਰਕੇ ਦੁੱਖ ਦੂਰ ਹੁੰਦੇ ਹੋਣ ਤੇ ਡਾਕਟਰਾਂ ਨੂੰ ਹਸਪੀਟਲ ਬਣਾਉਣ ਦੀ ਕੀ ਲੋੜ ਹੈ। ਔਰ ਮੈਨੂੰ ਭਾਈ ਸਾਹਿਬ ਨੇ ਦੱਸਿਆ ਸੀ ਵੀ ਜਦੋਂ ਇਹਨਾਂ ਦੀ ਦੂਸਰੀ ਮੈਰਿਜ ਹੋਈ, ਪਹਿਲੀ ਇਹਨਾਂ ਦੀ ਜੋ ਧਰਮ ਪਤਨੀ ਸੀ, ਜਦੋਂ ਇਹਨਾਂ ਦੇ ਸਰੀਰ ਨੂੰ ਕੋਈ ਪ੍ਰੋਬਲਮ ਹੋਈ ਉਹ ਉਹਨਾਂ ਨੂੰ ਛੱਡ ਕੇ ਚਲੀ ਗਈ। ਜਿਵੇਂ ਇਹਨਾਂ ਦੱਸਿਆ ਜਦੋਂ ਇੱਥੇ ਆਏ, ਜਦੋਂ ਵਾਪਸ ਗਏ ਗੁਰੂ ਘਰ ਆਪਣੇ ਘਰ ਤੇ ਜਿੰਦੇ ਲੱਗੇ ਹੋਏ ਸੀ, ਦਰਵਾਜ਼ੇ ਨੂੰ ਬੰਦ ਕੀਤੇ ਹੋਏ ਸੀ ਔਰ ਇਹਨਾਂ ਨੂੰ ਫਿਰ ਇੱਥੇ ਹੀ ਛੱਡ ਗਏ। ਇੱਥੇ ਫਿਰ ਜੋੜਿਆਂ ਦੀ ਸੇਵਾ ਦੇ ਵਿੱਚੋਂ ਇਹਨਾਂ ਉੱਤੇ ਬੜੀ ਵੱਡੀ ਕਿਰਪਾ ਹੋਈ। ਔਰ ਜਦੋਂ ਇਹਨਾਂ ਦੀ ਸ਼ਾਦੀ ਤੁਹਾਡੀ ਫਿਰ ਇਹ ਕਿਵੇਂ ਹੋਈ? ਇਹ ਜਦ ਕਮੇਟੀ ਵਾਲੇ ਕਰਾਤੀ ਸੀ ਕਹਿ ਕੇ ਜੀ ਚਲ ਆਪਦੇ ਨਾਨੇ ਦੇ ਨਾਲ ਆਉਂਦੀ ਸੀ
ਕਹਿ ਸੁਣ ਕੇ ਕਮੇਟੀਆਂ ਨੇ ਸਾਡੀ ਸ਼ਾਦੀ ਕਰਾਤੀ, ਝੂਠ ਚੱਕਦੀ ਆ ਇਹ। ਤੇ ਮੈਨੂੰ ਪਤਾ ਲੱਗਿਆ ਕਹਿੰਦੇ ਬੱਚਿਆਂ ਦਾ ਵੀ ਕੋਈ ਉਮੀਦ ਨਹੀਂ ਸੀ, ਬਾਅਦ ਵਿੱਚ ਵੀ ਨਹੀਂ, ਕੋਈ ਕੋਈ ਉਮੀਦ ਨਹੀਂ ਸੀ ਬੱਚਿਆਂ ਦੀ। ਸਾਡਾ ਤਾਂ ਇਹ ਕਮੇਟੀ ਵਾਲੇ ਕਹੇ ਸਾਡਾ ਟਾਈਮ ਪਾਸ ਹੋਈ ਜਾਊ, ਤੇ ਆ ਉਹ ਤੋਂ ਬਾਅਦ ਸਾ ਕੁੜੀ ਆ ਸਾਰ, ਉਹ ਸਾਰਾ ਬਾਅਦ ਮੁੰਡਾ ਹੋ ਗਿਆ। ਤੇ ਦੇਖੋ ਇਸ ਅਸਥਾਨ ਦੇ ਉੱਤੇ ਸੇਵਾ ਕਰਨ ਦਾ ਕਿੱਡਾ ਮਹਾਤਮ, ਸਤਿਗੁਰ ਦੀ ਕਿੱਡੀ ਕਿਰਪਾ ਹੋਈ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਇਹ ਚਰਨ ਛੋਹ ਪ੍ਰਾਪਤ ਧਰਤੀ ਹੈ, ਜਿਹੜਾ ਗੁਰੂ ਘਰ ਬੜੀ ਵਿਸ਼ਾਲ, ਬੜੀ ਸੁੰਦਰ ਇਮਾਰਤ ਇਹਦੀ ਬਣ ਰਹੀ ਹੈ। ਤੇ ਇਸ ਅਸਥਾਨ ਦੇ ਉੱਤੇ ਜੋੜਿਆਂ ਦੀ ਸੇਵਾ ਕਰਕੇ ਐਡੀ ਵੱਡੀ ਪ੍ਰਾਪਤੀ ਹੋਈ। ਤੇ ਜਦੋਂ ਪਹਿਲਾਂ ਜਿਹੜੇ ਰਿਸ਼ਤੇਦਾਰ ਹੋਰ ਸਾਕ ਸੰਬੰਧੀ ਸਾਰੇ, ਕਿਸੇ ਨੇ ਤੁਹਾਡੀ ਬਾਂਹ ਨਹੀਂ ਫੜੀ? ਨਹੀਂ, ਕਿਸੇ ਨੇ ਪੁੱਛੀ ਨਾ, ਕਿਸੇ ਭੈਣ ਨੇ ਨਾ ਭਰਾ ਨੇ, ਕਿਸੇ ਨੇ ਮੈਨੂੰ ਐ ਨਹੀਂ ਕਿਹਾ ਵੀ 10 ਦਿਨ ਲੈ ਜਾਈਏ। ਇਹ ਗੁਰੂ ਸਾਹਿਬ ਨੇ ਬਾਂਹ ਫੜੀ ਬਸ, ਕਿਸੇ ਨੇ ਬਾਂਹ ਨਹੀਂ ਫੜੀ ਮੇਰੀ। ਸਾਰੇ ਰਿਸ਼ਤੇਦਾਰ ਜਿਹੜੇ ਸਾਰੇ ਮਾਂ-ਬਾਪ ਸੀ ਉਦੋਂ ਜਦੋਂ ਤੁਹਾਡੇ ਨਾਲ ਇਹ ਹਾਦਸਾ ਨਹੀਂ ਵਾਪਰਿਆ? ਉਹ ਜੀ ਬਾਪ ਤਾਂ ਬਚਪਨ ਤੋਂ ਗੁਜ਼ਰ ਗਏ ਸੀ। ਹਾਂ ਜੀ। ਤੇ ਕਿੰਨੇ ਭਾਈ ਹੈ ਤੁਹਾਡੇ? ਤਿੰਨ ਭਰਾ ਸੀ, ਤਿੰਨ ਭਰਾ ਸੀਗੇ, 2 ਭੈਣਾਂ ਸੀ। ਕਿਸੇ ਨੇ ਕਿਹਾ ਵੀ ਅਸੀਂ ਤੈਨੂੰ 10-20 ਦਿਨ ਅਸੀਂ ਲੈ ਜਾਂਦੇ ਹਾਂ, ਪਰ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ। ਅੱਛਾ। ਤੇ ਆਪਣਾ ਹੁਣ ਜਦੋਂ ਤੁਹਾਡੀ ਸਿਹਤ ਠੀਕ ਹੈ, ਮੈਂ ਦੇਖਦਾ ਸਤਿਗੁਰ ਦੀ ਕਿਰਪਾ, ਤੁਹਾਡੇ ਹੱਥ ਪੈਰ ਬਿਲਕੁਲ ਠੀਕ ਨੇ, ਤੇ ਹੁਣ ਜਿਹੜੇ ਉਦੋਂ ਤੁਹਾਡੀ ਬਾਤ ਨਹੀਂ ਪੁੱਛਦੇ ਸੀ ਜਾਂ ਤੁਹਾਨੂੰ ਮਿਲਣ ਨਹੀਂ ਆਉਂਦੇ ਸੀ, ਤੁਹਾਨੂੰ ਉਹਨਾਂ ਦਾ ਪ੍ਰਸ਼ਾਦਾ ਵੀ ਨਹੀਂ ਦਿੱਤਾ, ਅੱਜ ਆਉਂਦੇ ਨੇ ਮਿਲਣ ਜਦੋਂ ਸਰੀਰ ਠੀਕ ਹੈ? ਹਾਂ, ਸਾਰੇ ਪੁੱਛ ਕੇ ਗੱਲ ਕਰਦੇ, ਸਾਰੇ ਗੱਲ, ਭੈਣ ਵੀ ਭਰਾ ਵੀ ਸਾਰੇ ਅੱਜ ਪੁੱਛ ਕੇ ਗੱਲ ਕਰਦੇ। ਅੰਗ ਸਾਕ ਵਾਲੇ ਵੀ ਜਿਹੜੇ ਮੇਰੇ ਦੁਸ਼ਮਣ ਬਣੇ ਸੀਗੇ, ਅੱਜ ਸਾਰੇ ਪੁੱਛ ਕੇ ਗੱਲ ਕਰਦੇ ਆ ਵੀ ਗੁਰੂ ਘਰ ਨਾਲ ਜੁੜੇ ਅੰਮ੍ਰਿਤਧਾਰੀ ਆ। ਦੇਖੋ ਬਾਣੀ ਆ ਨਾ ਪਾਤਸ਼ਾਹ ਦੀ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਵਿਪਤ ਪਰੀ ਸਭ ਹੀ ਸੰਗ ਛਾਡਤ, ਕੋਊ ਨਾ ਆਵਤ ਨੇਰੈ। ਜਦੋਂ ਔਖਾ ਸਮਾਂ ਆਉਂਦਾ ਕੋਈ ਨੇੜੇ ਨਹੀਂ ਆਉਂਦਾ। ਇਹ ਬਿਲਕੁਲ ਇੱਥੇ ਇਹ ਭਾਈ ਸਾਹਿਬ ਨਾਲ ਇਹ ਜਿਹੜੀ ਘਟਨਾ ਵਾਪਰੀ, ਸਾਰੇ ਜਿਹੜੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਭੈਣ ਭਰਾ, ਆਪਾਂ ਅਕਸਰ ਕਹਿ ਦਿੰਦੇ ਹਾਂ ਨਾ ਵੀ ਭੈਣ ਭਰਾ ਹੋਣ ਤੇ ਉਹ ਬਾਂਹ ਫੜਦੇ ਨੇ ਔਖੇ ਸਮੇਂ, ਤੇ ਜਿਵੇਂ ਭਾਈ ਸਾਹਿਬ ਸਾਨੂੰ ਦੱਸ ਰਹੇ ਨੇ ਭੈਣ ਭਰਾਵਾਂ ਨੇ ਵੀ ਇਹਨਾਂ ਦੀ ਬਾਂਹ ਨਹੀਂ ਫੜੀ। ਤੇ ਇਹ ਜੇ ਤੁਹਾਡੇ ਧਰਮ ਪਤਨੀ ਨੇ, ਇਹ ਹੁਣ ਤਕਰੀਬਨ ਕਿੰਨਾ ਚਿਰ ਪਹਿਲਾਂ ਫਿਰ ਤੁਹਾਡੀ ਕਮੇਟੀ ਨੇ ਕਿਹਾ ਕਿ ਕਿੰਨਾ ਚਿਰ ਪਹਿਲਾਂ ਹੋ ਗਿਆ? ਅੱਜ 20 ਸਾਲ ਹੋ ਗਏ ਜੀ, ਇਹਨਾਂ ਨੂੰ 20 ਸਾਲ ਹੋ ਗਏ। ਤੇ ਕਿੰਨਾ ਚਿਰ ਬਾਅਦ ਸਤਿਗੁਰ ਦੀ ਕਿਰਪਾ ਹੋਈ ਤੁਹਾਨੂੰ ਬੱਚਿਆਂ ਦੀ ਪਾਤਸ਼ਾਹ ਦਾਤ ਬਖਸ਼ੀ? ਸਾਲੋਂ ਅੰਦਰ ਦੀ ਹੋ ਗਏ ਜੀ, ਸਾਲੋਂ ਅੰਦਰ ਵੀ ਦੂਜੇ ਸਾਲ ਬੇਟੀ ਹੋਣ ਵਾਲੀ ਹੋ ਗਈ ਸੀ ਇੱਥੇ ਹੀ, ਤੇ ਸਾਲੋਂ ਅੰਦਰ ਸ਼ਾਦੀ ਹੋਈ, ਦੂਜੇ ਸਾਲ ਜਿਹੜੀ ਬੇਟੀ ਤੇ ਜਦੋਂ ਤੁਹਾਡੀ ਮੈਰਿਜ ਹੋਈ, ਇਹ ਦੂਸਰੀ ਕਮੇਟੀ ਨੇ ਕਰਵਾਈ ਮੈਰਿਜ, ਉਦੋਂ ਤੁਹਾਡਾ ਸਰੀਰ ਬਿਲਕੁਲ ਤੰਦਰੁਸਤ ਸੀ? ਨਹੀਂ ਜੀ, ਉਹਨਾਂ ਦੀ ਸੀ ਪੂਰਾ। ਅੱਛਾ। ਹਾਂ ਜੀ, ਵੀ ਉਹਨਾਂ ਨੇ ਕਿਹਾ ਜੀ ਵੀ ਤੁਹਾਡੀ ਮਰਜ਼ੀ ਆ ਕਿ ਵੀ ਤੁਸੀਂ ਆਸ ਵਿੱਚ ਸਹਿਮਤ ਆ ਦੋਨੇ ਜਾਣੇ, ਤੇ ਇਹਦਾ ਮਾਂ ਪਿਓ ਸਹਿਮਤ ਆ ਜੀ ਵੀ ਕਰਵਾ ਲਓ ਤੇ ਸੇਵਾ ਹੀ ਕਰਨੀ ਆ। ਤੇ ਅੱਛਾ ਭੈਣ ਜੀ, ਜਿਵੇਂ ਇਹਨਾਂ ਨੇ ਦੱਸਿਆ ਵੀ ਅਜੇ ਉਦੋਂ ਮੇਰੇ ਸਰੀਰ ਇੰਨਾ ਤੰਦਰੁਸਤ ਨਹੀਂ ਸੀ, ਠੀਕ ਨਹੀਂ ਸੀ, ਜਦੋਂ ਤੁਹਾਡੇ ਰਿਸ਼ਤੇ ਬਾਰੇ ਗੱਲ ਹੋਈ, ਤੇ ਤੁਹਾਨੂੰ ਇੱਕ ਅਜੀਬ ਜਿਹਾ ਨਹੀਂ ਲੱਗਿਆ ਵੀ ਮੈਂ ਖੁਦ ਹੈਂਡੀਕੈਪਟ ਹੈ, ਇੱਕ ਹੈਂਡੀਕੈਪਟ ਬੰਦੇ ਨਾਲ ਜੇ ਮੇਰੀ ਸ਼ਾਦੀ ਹੋ ਜਾਏਗੀ, ਸਾਡੇ ਅੱਗੇ ਜੀਵਨ ਦਾ ਕੀ ਬਣੇਗਾ? ਮਨ ਚ ਆਇਆ ਨਹੀਂ ਖਿਆਲ? ਜੀ ਨਹੀਂ, ਕਦੇ ਨਹੀਂ ਆਇਆ। ਤੁਹਾਨੂੰ ਜਾਣੇ ਮਾਲਕ ਤੇ ਭਰੋਸਾ ਸੀ, ਵਿਸ਼ਵਾਸ? ਹਾਂਜੀ ਹਾਂਜੀ, ਭਰੋਸਾ ਵਾ ਮਹਾਰਾਜ। ਤੁਹਾਨੂੰ ਕਿਸੇ ਤਰ੍ਹਾਂ ਦਾ ਜਾਂ ਕੋਈ ਪ੍ਰੈਸ਼ਰ ਪਾਇਆ ਗਿਆ ਹੋਵੇ ਵੀ ਨਹੀਂ ਤੂੰ ਕਰਨੀ ਸ਼ਾਦੀ, ਕਿਸੇ ਨੇ ਕੋਈ ਇਸ ਤਰ੍ਹਾਂ ਦਾ ਨਹੀਂ? ਨਹੀਂ, ਕਿਸੇ ਨੇ ਨਹੀਂ ਪਾਇਆ ਪ੍ਰੈਸ਼ਰ, ਮੇਰੀ ਆਪਦੀ ਮਰਜ਼ੀ ਸੀ। ਤੇ ਹੁਣ ਤੁਸੀਂ ਤੁਰ ਫਿਰ ਸਕਦੇ ਹੋ ਜਾਂ? ਹਾਂਜੀ, ਥੱਲੇ ਬੈਠ ਕੇ ਤੁਰਦੀ ਆ, ਰੁੜ ਕੇ ਸਾਰਾ ਕੰਮ ਕਰਦੀ ਆ। ਤੇ ਜਦੋਂ ਪਹਿਲਾਂ ਤੁਹਾਡੀ ਮੈਰਿਜ ਹੋਈ ਸੀ ਉਹਦੇ ਨਾਲੋਂ ਹੁਣ ਫਰਕ ਹੈ, ਜਾਂ ਜਿਵੇਂ ਉਦੋਂ ਸੀ ਹੁਣ ਵੀ ਉਸੇ ਤਰ੍ਹਾਂ ਹੀ ਆ? ਬਹੁਤ ਖੁਸ਼ ਹਾਂ ਜੀ, ਬੱਚੇ ਦੇ ਤੇ ਮਹਾਰਾਜ ਨੇ ਬਹੁਤ ਖੁਸ਼ ਹਾਂ ਜੀ। ਪਹਿਲਾਂ ਨੂੰ ਸਰੀਰ ਦਾ ਫਰਕ ਹੈ ਥੋੜਾ ਬਹੁਤ ਜਦੋਂ ਜਿਸ ਤਰ੍ਹਾਂ ਪਹਿਲਾਂ? ਹਾਂਜੀ, ਬਹੁਤ ਫਰਕ ਆ। ਇਹ ਸਾਰਾ ਜੋੜਿਆਂ ਦੀ ਸੇਵਾ ਕਰਕੇ ਹੀ ਹੋਇਆ? ਹਾਂਜੀ ਹਾਂਜੀ, ਸਭ ਕੁਝ ਜੋੜਾਂ ਦੀ ਸੇਵਾ ਕਰਕੇ ਮਿਲਿਆ ਸਾਨੂੰ। ਜਿਹੜੀ ਹੁਣ ਤੁਸੀਂ ਇਹਨਾਂ ਦੇ ਨਾਲ ਸ਼ਾਦੀ ਕਰਕੇ, ਪਾਤਸ਼ਾਹ ਦੀ ਸੇਵਾ ਕਰਕੇ, ਗੁਰੂ ਹਰਗੋਬਿੰਦ ਪਾਤਸ਼ਾਹ ਦੀ ਕਿਰਪਾ ਜਿਹੜੀਆਂ ਤੁਹਾਡੇ ਝੋਲੀ ਪਈਆਂ, ਉਹਦੇ ਨਾਲ ਖੁਸ਼ ਹੋ ਤੁਸੀਂ? ਹਾਂਜੀ ਹਾਂਜੀ, ਬਹੁਤ ਖੁਸ਼ ਹਾਂ ਜੀ ਅਸੀਂ। ਤੇ ਹੁਣ ਤੁਹਾਡੇ ਜਿਹੜੇ ਰਿਸ਼ਤੇਦਾਰ ਜਿਨ੍ਹਾਂ ਨੇ ਤੁਹਾਡੀ ਮੈਰਿਜ ਕੀਤੀ ਹੋਏਗੀ, ਤੁਸੀਂ ਦੱਸਿਆ ਵੀ ਇਸ ਪ੍ਰਬੰਧਕ ਕਮੇਟੀ ਦੇ ਲੋਕਾਂ ਨੇ ਬੜਾ ਸਾਥ ਦਿੱਤਾ, ਇਸ ਗੁਰੂ ਘਰ ਦੇ ਜਿਹੜੇ ਪ੍ਰਬੰਧਕ ਜਨ ਨੇ, ਜੋ ਜਿਨ੍ਹਾਂ ਨੇ ਤੁਹਾਡਾ ਸਹਿਯੋਗ ਦਿੱਤਾ, ਸਾਰੇ ਉਹਨਾਂ ਨੇ ਇੱਕ, ਮੈਂ ਤਾਂ ਕਹਾਂਗਾ, ਇੱਕ ਉਜੜਿਆ ਹੋਇਆ ਘਰ ਦੁਬਾਰੇ ਵਸਾਇਆ। ਔਰ ਇਹ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਕਿਰਪਾ, ਜਿਨ੍ਹਾਂ ਦੇ ਇਸ ਚਰਨਾਂ ਦੇ ਵਿੱਚ ਬਹਿ ਕੇ, ਸੰਗਤ ਦੇ ਚਰਨਾਂ ਵਿੱਚ ਬਹਿ ਕੇ, ਜੋੜਿਆਂ ਵਿੱਚ ਬਹਿ ਕੇ ਜਿਨ੍ਹਾਂ ਨੇ ਸੇਵਾ ਕੀਤੀ, ਤੇ ਉਸ ਸੇਵਾ ਨੂੰ ਬੜਾ ਵੱਡਾ ਇਹ ਫਲ ਲੱਗਾ। ਤੇ ਹੁਣ ਤੁਹਾਡੇ ਕਿੰਨੇ ਬੱਚੇ ਜੀ? ਅੱਜ ਮੁੰਡਾ ਤੇ ਕੁੜੀ ਹੈ ਜੀ, ਉਹ 2 ਬੱਚੇ ਖੜੇ ਆ। ਆਜੋ ਬੇਟਾ। ਅਗਲੇ ਪਾਸੇ। ਤੇ ਇਹ ਬੱਚੇ ਹੁਣ ਪੜ੍ਹਦੇ ਨੇ ਜੀ? ਹਾਂ ਜੀ, ਪੜ੍ਹਦੇ ਜੀ। ਤੇ ਘਰ ਦਾ ਕਿਵੇਂ ਹੁਣ ਖਰਚਾ ਕਿਵੇਂ ਚੱਲਦਾ? ਕੋਈ ਖੇਤੀਬਾੜੀ ਕਿਵੇਂ? ਕੋਈ ਖੁਸ਼ੀ ਨਾਲ ਦੇ ਗਿਆ ਜੀ, ਬਸ ਕੋਈ ਅਸੀਂ ਕਿਸੇ ਨੂੰ ਕਹਿੰਦੇ ਨਹੀਂ, ਆਪ ਦਾ ਕੋਈ 10 ਦੇ ਕੇ 5 ਦੇ ਕੇ ਟਾਈਮ ਪਾਸ ਕਰੀ ਜਾਂਦੇ ਆ। ਤੇ ਮਤਲਬ ਘਰ ਦਾ ਕੋਈ ਸੋਰਸ ਆਫ ਇਨਕਮ, ਆਮਦਨ ਦਾ ਕੋਈ ਜ਼ਰੀਆ? ਨਹੀਂ, ਕੋਈ ਨਹੀਂ ਜੀ ਸਾਡਾ, ਮੈਂ ਤਾਂ ਗੁਰੂ ਘਰੇ ਹੀ ਆ ਬੱਚੇ ਦਾ। ਦੇਖੋ ਸਾਧ ਸੰਗਤ ਜੀ, ਮੈਂ
ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਉੱਤਰਾਖੰਡ ਦੇ ਵਿੱਚ ਕੀਤਾ ਸੀ, ਜਿਹੜੇ ਕਿ ਬੜੇ ਵੱਡੇ ਇੱਕ ਜੰਗਲ ਦੇ ਵਿੱਚ ਤਕਰੀਬਨ 5-6 ਕਿਲੋਮੀਟਰ ਜੰਗਲ ਦੇ ਅੰਦਰ ਲੋਕ ਰਹਿੰਦੇ ਸੀ। ਸਾਨੂੰ ਨਹੀਂ ਸੀ ਪਤਾ ਉੱਥੇ ਕੋਈ ਲੋਕ ਰਹਿੰਦੇ ਨੇ। ਅਸੀਂ ਤਾਂ ਅਚਾਨਕ ਜੰਗਲ ਘੁੰਮਣ ਜਦੋਂ ਉੱਤਰਾਖੰਡ ਗਏ ਤੇ ਉੱਥੇ ਸਾਨੂੰ ਉਹ ਬੰਦੇ ਨਜ਼ਰ ਆਏ। ਪੂਰਾ 6-7 ਪਰਿਵਾਰ ਸੀ, ਚਾਰੇ ਪਾਸੇ ਬੜਾ ਵੱਡਾ ਜੰਗਲ ਸੀ ਤੇ ਉਹਦੇ ਵਿੱਚ ਉਹ ਪਰਿਵਾਰ ਰਹਿੰਦੇ ਸੀ। ਤੇ ਉੱਥੇ ਵੀ ਮੈਂ ਬੇਨਤੀ ਕੀਤੀ ਸੀ ਸੰਗਤਾਂ ਨੂੰ, ਬਈ ਦੇਖੋ ਜਿਨ੍ਹਾਂ ਦਾ ਕੋਈ ਨਹੀਂ ਹੈ ਨਾ, ਉਹਨਾਂ ਦਾ ਪਰਮੇਸ਼ਰ ਹੈ। ਤੇ ਉਸ ਪਰਮੇਸ਼ਰ ਨੇ ਬੜੇ ਐਸੇ ਜਿਹੜੇ ਸਹਿਯੋਗ ਕਰਨ ਵਾਲੇ ਵੀਰ ਨੇ, ਸੇਵਾ ਕਰਨ ਵਾਲੇ ਵੀਰ ਨੇ, ਜਿਨ੍ਹਾਂ ਨੂੰ ਪਾਤਸ਼ਾਹ ਨੇ ਬੜੀ ਖੁੱਲ੍ਹੀ ਮਾਇਆ ਦੇ ਭੰਡਾਰੇ ਬਖਸ਼ਿਸ਼ ਕੀਤੇ ਨੇ। ਉਹਨਾਂ ਨੇ ਉੱਥੇ ਵੀ ਬੜੀ ਸੇਵਾ ਜੋ ਹੈ ਉਹਨਾਂ ਦੀ ਕੀਤੀ। ਔਰ ਇਹ ਜਿਹੜਾ ਭਾਈ ਨਿਰਮਲ ਸਿੰਘ ਜੀ ਨੇ, ਇਹਨਾਂ ਨੇ ਜੇ ਸਰੀਰ ਇਹਨਾਂ ਦਾ ਜੋ ਸੀ ਬਿਲਕੁਲ ਹੀ ਖਤਮ ਹੋ ਗਿਆ ਸੀ ਤਕਰੀਬਨ, ਜਿਵੇਂ ਇਹਨਾਂ ਨੇ ਸਾਨੂੰ ਦੱਸਿਆ ਹੱਥ ਪੈਰ ਮੁੜ ਗਏ, ਉਦੋਂ ਕੋਈ ਕੰਮ ਨਹੀਂ ਹੁੰਦਾ ਤੁਹਾਡਾ? ਨਹੀਂ ਕੋਈ ਨਹੀਂ ਸੀ, ਰੋਟੀ ਵੀ ਨਹੀਂ ਸਿਖਾ ਸਕਦਾ। ਬੜੀ ਗੱਲ ਕੀ ਸੀ, ਰੋਟੀ ਵੀ ਜਾ ਕੇ ਖਵਾਤੀ ਮੂੰਹ ਹੱਥਾਂ ਨੇ, ਮੈਂ ਭੁੱਖੇ ਤਾਂ ਇਹਨੇ ਜੋੜੇ ਝਾੜੀ ਜਾਣੇ ਬਸ, ਹੱਥ ਨਾਲ ਰੁਮਾਲ ਬੈਠ ਕੇ। ਤੇ ਉਹ ਅਕਸਰ ਕੀ ਹੁੰਦਾ ਹੈ, ਤੁਸੀਂ ਅਕਸਰ ਚੌਂਕਾਂ 'ਚ ਵਿੱਚ, ਚਰਾਹਿਆਂ ਵਿੱਚ, ਸ਼ਹਿਰਾਂ ਵਿੱਚ ਇੱਧਰ ਉੱਧਰ ਦੇਖਿਆ ਹੋਵੇਗਾ, ਜਿਨ੍ਹਾਂ ਦੇ ਹੱਥ ਪੈਰ ਇਸ ਤਰ੍ਹਾਂ ਖਰਾਬ ਹੋ ਜਾਂਦੇ ਨੇ, ਤਾਂ ਉਹ ਸਭ ਤੋਂ ਪਹਿਲਾਂ ਉਹਨਾਂ ਦਾ ਕੰਮ ਹੈ ਮੰਗਣਾ, ਲੋਕਾਂ ਦੇ ਅੱਗੇ ਹੱਥ ਫੈਲਾ ਕੇ ਵੀ, ਔਰ ਲੋਕ ਤਰਸ ਕਰਕੇ ਵੀ ਉਹਨਾਂ ਨੂੰ ਦਿੰਦੇ ਨੇ। ਪਰ ਭਾਈ ਸਾਹਿਬ ਨੇ ਉਹ ਰਸਤਾ ਨਹੀਂ ਚੁਣਿਆ। ਇਹਨਾਂ ਨੇ ਕਿਹੜਾ ਰਸਤਾ ਚੁਣਿਆ? ਗੁਰੂ ਕੇ ਸੰਗਤ ਦੇ ਜੋੜਿਆਂ ਦੇ ਵਿੱਚ ਬਹਿ ਕੇ ਜੋੜੇ ਝਾੜਨੇ। ਕਿੰਨਾ ਭਰੋਸਾ ਹੈ। ਤੇ ਜਿਹੜੀਆਂ ਸੰਗਤਾਂ ਗੁਰੂ ਦੇ ਉੱਤੇ ਵਿਸ਼ਵਾਸ ਰੱਖਣ ਵਾਲੀਆਂ ਨੇ, ਗੁਰੂ ਦੀ ਦਿੱਤੀ ਹੋਈ ਜਿਹੜੀ ਜੀਵਨ ਹੈ, ਧਨ ਹੈ, ਦੌਲਤ ਜਿਹੜੀ ਉਹ ਪਰਮੇਸ਼ਰ ਨੇ ਚੰਗਾ ਸੋਹਣਾ ਜੀਵਨ ਦਿੱਤਾ ਹੈ, ਉਹਦੇ ਵਿੱਚੋਂ ਜੇ ਕਿਣਕਾ ਮਾਤਰ ਵੀ, ਇਹਨਾਂ ਦਾ ਨੰਬਰ ਮੈਂ ਆ ਨਾਲ ਦੇ ਦਿਆਂਗਾ, ਤੁਸੀਂ ਸਿੱਧੇ ਵੀ ਸੰਪਰਕ ਕਰਕੇ ਇਹਨਾਂ ਨੂੰ, ਜੇ ਦੇਖੋ ਇਸ ਇਹੋ ਜਿਹਿਆਂ ਦੀ ਹੁਣ ਜਿਹੜੇ ਭਰੇ ਨੇ, ਜਿੱਥੇ ਕਰੋੜਾਂ ਰੁਪਈਆ ਵੀ ਦਾਨ ਕਰਦੇ ਨੇ। ਮੈਂ ਹੁਣੇ ਥੋੜ੍ਹਾ ਜਿਹਾ ਮੈਂ ਨਾਂ ਨਹੀਂ ਲਵਾਂਗਾ, ਬੜਾ ਵੱਡਾ ਇੱਕ ਰੌਲਾ ਵੀ ਪੈ ਗਿਆ ਸੀ, ਕਿਸੇ ਨੇ 1.25 ਕਰੋੜ ਰੁਪਈਆ ਕਿਤੇ ਦਾਨ ਕੀਤਾ ਸੀ, ਉਹਦਾ ਬੜਾ ਰੌਲਾ ਪਿਆ, ਉਹ ਕਿਸੇ ਕੰਮ ਨਹੀਂ ਆਇਆ। ਹੁਣ ਇਹੋ ਜਿਹਿਆਂ ਦੀ ਜਦੋਂ ਬਾਂਹ ਫੜਾਂਗੇ ਨਾ, ਤੇ ਗੁਰੂ ਉੱਤੇ ਕਿੰਨਾ ਵੱਡਾ ਇਹਨਾਂ ਦਾ ਵੀ ਭਰੋਸਾ ਬਣੇਗਾ। ਹੋਰ ਵੀ ਜਿਹੜੇ ਗਰੀਬ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਾਲ ਉਹ ਜੁੜਨਗੇ। ਤੇ ਹੁਣ ਆਪਣਾ ਤੁਹਾਡਾ ਜਿਸ ਤਰ੍ਹਾਂ ਇਹ ਪ੍ਰਬੰਧਕ ਕਮੇਟੀ, ਗੁਰੂ ਘਰ ਦੀ ਪ੍ਰਬੰਧਕ ਕਮੇਟੀ ਹੈ, ਪਿੰਡ ਦੇ ਲੋਕ ਨੇ ਜਾਂ ਹੋਰ ਆਸ-ਪਾਸ ਕੋਈ ਤੁਹਾਡੀ ਮਦਦ ਕਰਦਾ? ਹਾਂਜੀ ਕਰੀ ਜਾਂਦੇ ਜੀ, ਬੱਚਾ ਕਰੀ ਜਾਂਦੇ, ਕੋਈ ਦਾਜ ਦੇਗਾ, ਕੋਈ ਪਾਣੀ ਦੇਗਾ, ਜਿਹੜੀ ਕਰਦਾ ਸਾਡਾ ਗੁਜ਼ਾਰਾ ਚੱਲੀ ਜਾਂਦਾ। ਕੋਈ ਤਾਂ ਸਕੂਟਰੀ ਹੈ, ਕੋਈ ਤੇਲ ਪਾ ਲੈਂਦੇ ਅਸੀਂ, ਚਲੇ ਇੱਥੇ ਆ ਜਾਂਦੇ ਹਾਂ। ਠੀਕ ਹੈ। ਤੋ ਇਹ ਤੁਹਾਡਾ ਨਾਂ ਕੀ ਬੇਟਾ? ਆਕਾਸ਼ਦੀਪ ਸਿੰਘ। ਹਾਂਜੀ, ਆਕਾਸ਼ਦੀਪ ਸਿੰਘ। ਆਕਾਸ਼ਦੀਪ ਸਿੰਘ। ਤੇ ਹੁਣ ਤੁਹਾਡੇ ਮੰਮੀ ਜੀ ਨੇ, ਡੈਡੀ ਜੀ ਨੇ ਇਸ ਸਥਾਨ ਦੇ ਉੱਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਸੇਵਾ, ਜੋੜਿਆਂ ਦੀ ਸੇਵਾ ਕਰਦੇ ਨੇ। ਕਿਉਂਕਿ ਅਕਸਰ ਨਾ ਅੱਜ ਕੱਲ੍ਹ ਦੀ ਜਿਹੜੇ ਯੂਥ ਹੈ, ਉਹ ਗੁਰੂ ਘਰ ਜੋੜਿਆਂ ਦੀ ਸੇਵਾ ਨੂੰ ਥੋੜ੍ਹਾ ਜਿਹਾ ਨਾ ਹੋਰ ਨਜ਼ਰ ਨਾਲ ਦੇਖਦੇ। ਤੁਹਾਨੂੰ ਅਜੀਬ ਨਹੀਂ ਲੱਗਦਾ ਵੀ ਜੋੜਿਆਂ 'ਚ ਬਹਿ ਕੇ ਸਾਡੇ ਮਾਂ ਬਾਪ ਸੇਵਾ ਕਰਦੇ ਨੇ? ਨਹੀਂ। ਠੀਕ ਹੈ। ਤੇ ਤੁਸੀਂ ਵੀ ਇੱਥੇ ਸੇਵਾ ਕਰਨ ਆਉਂਦੇ ਹੋ ਨਾਲ? ਹਾਂਜੀ। ਤੇ ਤੁਸੀਂ ਪੜ੍ਹਦੇ ਵੀ ਹੋ? ਹਾਂਜੀ। ਕਿਹੜੀ ਕਲਾਸ 'ਚ ਪੜ੍ਹਦੇ? 10ਵੀਂ 'ਚ। 10ਵੀਂ 'ਚ ਪੜ੍ਹਦੇ ਹੋ। ਤੇ ਤੁਹਾਡੀ ਫਿਰ ਇਹਨਾਂ ਦੀ ਫੀਸ ਵਗੈਰਾ ਦਾ ਖਰਚਾ ਕਿਵੇਂ ਚੱਲਦਾ? ਅੱਜ ਤੋਂ ਬਾਹਰੋਂ ਕੋਈ ਸੀਗੇ ਜੀ, ਸੰਗਤ ਉੱਥੇ ਆਏ ਸੀ ਜੋੜੇ ਝਾੜਦੇ, ਉਹ ਕਹਿੰਦੇ ਥੋੜ੍ਹੇ ਬੱਚਿਆਂ ਦੀ ਅਸੀਂ ਫੀਸ ਭੇਜ ਦਿਆ ਕਰਾਂਗੇ, ਬਾਹਰੋਂ ਹੀ ਆਉਂਦੀ ਹੈ। ਸਪਰਿੰਗ 2 ਪੜ੍ਹਦੇ ਇੱਥੇ। ਠੀਕ ਹੈ ਜੀ। ਤੇ ਬੇਟੀ ਤੁਹਾਡਾ ਕੀ ਨਾਮ ਹੈ? ਮਨਪ੍ਰੀਤ ਕੌਰ। ਮਨਪ੍ਰੀਤ ਕੌਰ। ਤੁਸੀਂ ਪੜ੍ਹਦੇ ਹੋ ਜੀ? ਹਾਂਜੀ। ਕਿਹੜੀ ਕਲਾਸ ਪੜ੍ਹਦੇ? +1। +1 'ਚ ਪੜ੍ਹਦੇ ਹੋ। ਤੇ ਇਹਨਾਂ ਸਾਰੇ ਬੱਚਿਆਂ ਦੀ ਫੀਸ ਇਸੇ ਤਰ੍ਹਾਂ ਹੀ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦੀ ਹੈ ਜੀ? ਨਹੀਂ, ਇੱਕ ਬੰਦਾ ਹੀ ਦਿੰਦਾ ਜੀ, ਬਾਹਰੋਂ ਬੰਦਾ ਜੀ, ਕੌਮ ਕਹਿੰਦਾ ਕੋਈ ਐਡੀ ਜਾਇਦਾਦ ਵਾਲਾ ਵੀ ਹੈ ਨਹੀਂ, ਉਹ 1.5 ਕਿੱਲਾ ਹੈਗਾ, ਕੈਨੇਡਾ 'ਚ ਵਾਸੀ ਆ, ਉਹ ਹੀ ਭੇਜਦਾ। ਦੇਖੋ ਇੱਕ ਹੀ ਬੰਦੇ ਨੇ ਜ਼ਿੰਮੇਵਾਰੀ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲਈ ਹੈ। ਔਰ ਕੱਲੀ ਪੜ੍ਹਾਈ ਦੇ ਖਰਚੇ ਨਹੀਂ, ਜ਼ਿੰਦਗੀ ਦੇ ਵਿੱਚ ਬੜੀਆਂ ਜ਼ਰੂਰਤਾਂ ਨੇ। ਜਿਵੇਂ ਇਹਨਾਂ ਨੇ ਦੱਸਿਆ ਵੀ ਇਹ ਜੋ ਇਹਨਾਂ ਦੀ ਸਕੂਟੀ ਹੈ, ਜਿਹਦੇ ਤੇ ਆਉਂਦੇ ਨੇ ਇੱਥੇ ਇਹ ਸੇਵਾ ਕਰਨ ਵਾਸਤੇ, ਇਹਦਾ ਵੀ ਖਰਚਾ ਹੈ। ਅੱਜ ਕੱਲ੍ਹ ਬਹੁਤ ਕੰਮ ਐਸੇ ਨੇ ਜਿਹੜੇ ਮੋਬਾਈਲ ਦੇ ਰਾਹੀਂ ਹੁੰਦੇ ਨੇ। ਰਿਸ਼ਤੇਦਾਰਾਂ ਦੇ ਨਾਲ ਸੰਪਰਕ ਕਰਨਾ, ਇਸ ਸਥਾਨ ਦੇ ਉੱਤੇ ਜਦੋਂ ਆਏ ਨੇ ਇੱਥੇ ਇਹਨਾਂ ਨਾਲ ਸੰਪਰਕ ਰੱਖਣਾ, ਬੱਚੇ ਸਕੂਲ ਕਾਲਜ ਜਾਂਦੇ ਨੇ, ਇਹਨਾਂ ਦੇ ਨਾਲ ਸੰਪਰਕ ਰੱਖਣਾ। ਜਦੋਂ ਇਹਨਾਂ ਦੇ ਇਹ ਇਕੱਲੇ ਵੀ ਕਈ ਵਾਰ ਇੱਥੇ ਸੇਵਾ ਕਰਨ ਆਉਂਦੇ ਨੇ, ਘਰ ਦੇ ਨਾਲ ਸੰਪਰਕ ਰੱਖਣਾ, ਉਹ ਵੀ ਇੱਕ ਖਰਚਾ ਹੈ। ਭੋਜਨ ਪ੍ਰਸ਼ਾਦੇ ਦਾ ਵੀ ਖਰਚਾ ਹੈ, ਘਰ-ਬਾਰ ਦਾ ਵੀ ਖਰਚਾ, ਬੜੇ ਤਰ੍ਹਾਂ ਦੇ ਖਰਚੇ ਹੁੰਦੇ ਨੇ। ਤੇ ਉਹ ਇਸੇ ਤਰ੍ਹਾਂ ਦਾਨੀ ਸੱਜਣਾ ਦੇ ਸਹਾਰੇ 'ਤੇ ਚੱਲਦੇ ਨੇ। ਮੈਂ ਇਹਨਾਂ ਦਾ ਨੰਬਰ ਵੀ ਥੱਲੇ ਦੇ ਦਿਆਂਗਾ ਡਿਸਕ੍ਰਿਪਸ਼ਨ ਦੇ ਵਿੱਚ, ਉਹ ਤੁਸੀਂ ਇਹਨਾਂ ਦੇ ਨਾਲ ਸਿੱਧੇ ਵੀ ਰਾਬਤਾ ਕਾਇਮ ਕਰ ਸਕਦੇ ਹੋ। ਤੇ ਘਰ ਹੁਣ ਮਤਲਬ ਪੱਕਾ ਬਣਾ ਲਿਆ ਜਾਂ ਕਿਵੇਂ? ਹਾਂਜੀ, ਪਹਿਲੇ ਸੰਗਤ ਨੇ ਬਣਾਇਆ ਸੀ ਘਰ, ਪਹਿਲਾਂ ਕੱਚਾ ਸੀਗਾ, ਤੇ ਹੁਣ ਜਿਹੜੇ ਸਾਡੇ 2 ਕਮਰੇ ਸਾਨੂੰ ਪਾਤੇ। ਤੇ ਹੁਣ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਆ? ਬੜੇ ਐਸੇ ਬੈਠੇ ਨੇ, ਦਾਨੀ ਸੱਜਣ ਬੈਠੇ ਨੇ, ਜਿਹੜੇ ਗੁਰਸਿੱਖ ਪਰਿਵਾਰਾਂ ਦੀ ਬੜੀ ਜਿਹੜੀ ਸੇਵਾ ਵੀ ਕਰਦੇ ਨੇ ਬਾਹਰ ਬੈਠੇ। ਕੀ ਕਹਿਣਾ ਚਾਹੁੰਦੇ ਹੋ?
ਅਸੀਂ ਕਹਿੰਦੇ ਬਸ ਆਹੀ ਆ ਜੀ, ਸਾਡਾ ਬੱਚਾ ਟਾਈਮ ਪਾਸ ਹੋਈ ਜਾਵੇ, ਬਸ ਆਹੀ ਸਾਡੀ ਮੰਗ ਕੋਈ ਨਹੀਂ, ਬਸ ਖੁਸ਼ੀ ਨਾ ਮਿਲ ਕੋ। ਤੇ ਬੱਚੇ ਹੁਣ ਤੁਸੀਂ 10ਵੀਂ 'ਚ ਪੜ੍ਹਦੇ ਹੋ? ਹਾਂਜੀ ਹਾਂਜੀ ਤੇ ਅੱਗੇ ਕੀ ਪੜ੍ਹਾਈ ਕਰਨੀ ਚਾਹੁੰਦੇ ਹੋ? ਭਰਤੀ ਦੇਖਣੀ ਹੈ। ਭਰਤੀ ਦੇਖਣੀ ਆ। ਬੇਟਾ ਤੁਸੀਂ? ਬਾਹਰ ਜਾਣਾ, ਹਾਂਜੀ। ਬਾਹਰ ਜਾਣਾ। ਅੱਛਾ, ਦੇਖੋ ਬੱਚਿਆਂ ਦੇ ਸੁਪਨੇ ਬੜੇ ਵੱਡੇ ਨੇ, ਪਰ ਗੱਲ ਇਹ ਆ ਵੀ ਉਹ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਪੜ੍ਹਾਈ ਬੜੀ ਜ਼ਰੂਰੀ ਹੈ। ਔਰ ਜਿੱਡੇ ਜਿੱਡੇ ਇਹਨਾਂ ਦੇ ਸੁਪਨੇ ਨੇ ਉਹਦੇ ਵਾਸਤੇ ਮੇਰਾ ਖਿਆਲ ਹੈ ਵੀ ਚਲੋ ਕਿਸੇ ਇੱਕ ਗੁਰਮੁਖ ਪਿਆਰੇ ਨੇ ਜ਼ਿੰਮੇਵਾਰੀ ਚੁੱਕੀ ਹੈ, ਸਾਡਾ ਸਾਰਿਆਂ ਹੋਰਨਾਂ ਦਾ ਵੀ ਇਹ ਫਰਜ਼ ਬਣਦਾ ਹੈ ਆਪਾਂ ਇਹਨਾਂ ਦੇ ਨਾਲ ਮੋਢਾ ਜੋੜ ਕੇ ਇਹਨਾਂ ਨੇ ਜਿਹੜਾ ਭਰੋਸਾ ਗੁਰੂ ਉੱਤੇ ਰੱਖਿਆ ਹੋਇਆ ਨਾ, ਉਸ ਭਰੋਸੇ ਨੂੰ ਟੁੱਟਣ ਨਾ ਦਈਏ। ਇਹ ਤੁਹਾਨੂੰ ਫਿਰ ਹੁਣ ਕਿੰਨਾ ਕੁ ਚਿਰ ਹੋ ਗਿਆ ਇੱਥੇ ਸੇਵਾ ਕਰਦਿਆਂ ਨੂੰ? ਸਾਨੂੰ 20-21 ਸਾਲ ਹੋ ਗਏ ਜੀ। ਤੇ ਹੁਣ ਵੀ ਜਿਸ ਤਰ੍ਹਾਂ ਮਾਲਕ ਦੀ ਕਿਰਪਾ ਹੋਈ ਹੈ, ਤੇ ਹੁਣ ਇਹ ਨਹੀਂ ਹੁੰਦਾ ਮਨ ਦੇ ਵਿੱਚ ਕਈ ਵਾਰ ਹੁੰਦਾ ਚੱਲ ਹੁਣ ਕਿਰਪਾ ਹੋ ਗਈ, ਕੋਈ ਨਹੀਂ ਹੁਣ ਰਹਿਣਾ? ਸਾਨੂੰ ਤਾਂ ਜੀ ਰਾਤ ਮਸਾਂ ਲੰਘਦੀ ਆ। ਸਾਨੂੰ ਤਾਂ ਐਂ ਹੁੰਦਾ ਵੀ ਜਵਾਕਾਂ ਨੂੰ ਵੀ ਹਾਲ ਕਰੀਦੀ ਵੀ ਸਾਨੂੰ ਸਕੂਲ ਬਾਅਦ 'ਚ ਜਾਏ, ਸਾਨੂੰ ਤੋਰ ਤੋਂ ਪਹਿਲਾਂ। ਹੁਣ ਬੇਟੀ ਜਿਹੜੀ ਸਭ ਕੰਮ ਕਰਦੀ ਆ, ਸਾਡਾ ਜੀ ਰਾਤ ਮਸਾਂ ਲੰਘਦੀ, ਕਿਹੜੇ ਗੁਰੂ ਘਰੇ ਜੋੜਿਆ ਜਾ ਕੇ ਬੈਠੀਏ। ਤੇ ਭੈਣ ਜੀ ਤੁਸੀਂ ਨਹੀਂ ਵੀ ਇਹ ਵੀ ਹੋਰ ਕੰਮ ਕਰਨ ਤੇ ਕਿੱਥੇ ਜੋੜਿਆਂ ਜਾ ਕੇ ਬਹਿ ਜਾਂਦਾ, ਵੀ ਹੋਰ ਨਹੀਂ ਕਮਾਈ ਕਰਨ, ਇਸ ਤਰ੍ਹਾਂ ਨਹੀਂ ਮਨ ਚ ਜੀ ਆਉਂਦਾ? ਨਹੀਂ ਨਹੀਂ, ਕਦੇ ਨਹੀਂ ਆਇਆ। ਤੁਸੀਂ ਆਪ ਭੇਜਦੇ ਹੋ ਫਿਰ? ਨਾਲ ਆਉਂਦੇ ਜੀ, ਨਾਲ ਹੀ ਆਉਣੀ। ਡੇਲੀ ਨਾ ਤਾਂ ਆਉਂਦੇ ਆ। ਅੱਛਾ, ਦੋਨੇ ਜਣੇ ਆ ਕੇ ਇੱਥੇ ਜੋੜਿਆਂ ਹਾਂਜੀ, ਬੱਚਿਆਂ ਨੂੰ ਸਕੂਲ ਤੋਰ ਦਿੰਦੇ ਆ, ਸਕੂਲ ਤੋਰ ਕੇ ਆਉਂਦੇ ਆ ਅਸੀਂ। ਮੈਂ ਤਕਰੀਬਨ 5 ਸਾਲ ਪਹਿਲਾਂ ਇੱਥੇ ਇੱਕ ਕਥਾ ਦਾ ਪ੍ਰੋਗਰਾਮ ਸੀ, ਮੈਂ ਕਥਾ ਕਰਨ ਆਇਆ ਸੀ ਇੱਥੇ। ਉਦੋਂ ਇਹ ਭਾਈ ਸਾਹਿਬ ਇੱਥੇ ਜੋੜੇ, ਜਦੋਂ ਅਸੀਂ ਜੋੜੇ ਲਾਏ ਨਾ, ਸ਼ਾਇਦ ਇਹਨਾਂ ਨੂੰ ਯਾਦ ਹੈ ਕਿ ਨਹੀਂ, ਇਹਨਾਂ ਨੇ ਸਾਡੇ ਪੈਰਾਂ ਜੋੜੇ ਲਾਉਂਦੇ ਉਸੇ ਟਾਈਮ ਹੀ ਚੁੱਕ ਕੇ ਇੱਧਰ ਲੈ ਲਏ। ਮੈਂ ਕਿਹਾ ਭਾਈ ਸਾਹਿਬ ਰਹਿਣ ਦਿਓ, ਕਹਿੰਦੇ ਨਹੀਂ ਜੀ ਇਹਨਾਂ ਜੋੜਿਆਂ ਵਿੱਚੋਂ ਸਾਰਾ ਕੁਝ ਮਿਲਿਆ। ਉਦੋਂ ਜਦੋਂ ਅੰਦਰ ਕਥਾ ਕਰਨ ਵਾਸਤੇ ਗਏ, ਉਦੋਂ ਤਾਂ ਸਮਾਂ ਨਹੀਂ ਸੀ, ਵਾਪਸ ਆਏ, ਮੈਂ ਇਹਨਾਂ ਦੇ ਕੋਲ ਬੈਠਾ ਸੀ 5 ਮਿੰਟ। ਮੈਂ ਪੁੱਛਿਆ ਸੀ, ਮੈਂ ਕਿਹਾ ਭਾਈ ਸਾਹਿਬ ਤੁਸੀਂ ਇਹ ਜੋੜੇ ਇੱਥੇ ਮੈਨੂੰ ਪਤਾ ਲੱਗਾ ਬੈਠੇ ਰਹਿੰਦੇ ਹੋ। ਇਹ ਕਹਿੰਦੇ ਵੀ ਮੈਨੂੰ ਜੀਵਨ ਹੀ ਇੱਥੋਂ ਮਿਲਿਆ ਜੋੜਿਆਂ ਦੇ ਵਿੱਚੋਂ। ਤੇ ਉਦੋਂ ਤੋਂ ਮੇਰੇ ਮਨ ਵਿੱਚ ਸੀ ਵੀ ਜਦੋਂ ਸਮਾਂ ਬਣਿਆ ਇਹਨਾਂ ਨੂੰ ਸੰਗਤਾਂ ਦੇ ਮੈਂ ਰੂਬਰੂ ਜ਼ਰੂਰ ਕਰਾਵਾਂਗੇ, ਪਰ ਕੁਝ ਹੋਰ ਰੁਝੇਵੇਂ ਕਾਰਨ ਮੈਂ ਇਹਨਾਂ ਤੱਕ ਪਹੁੰਚ ਨਹੀਂ ਸਕਿਆ। ਅੱਜ ਸਮਾਂ ਮਿਲਿਆ ਸੀ ਤੇ ਮੈਂ ਇਹਨਾਂ ਦੇ ਕੋਲ ਪਹੁੰਚਿਆ ਹਾਂ। ਤੇ ਆਪ ਜਿੰਨੇ ਵੀ ਦਾਨੀ ਸੱਜਣ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋ, ਸਤਿਗੁਰੂ ਨੇ ਬੜੀ ਤੁਹਾਡੇ ਤੇ ਕਿਰਪਾ ਕੀਤੀ ਹੈ। ਇਹਨਾਂ ਦੀ ਆਪਾਂ ਬਾਂਹ ਫੜੀਏ। ਅੱਜ ਦੇਖੋ ਇੱਧਰ ਗੁਰਦਾਸਪੁਰ ਜ਼ਿਲ੍ਹਾ, ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬਹੁਤ ਆਪਾਂ ਦੇਖਦੇ ਹਾਂ ਵੀ ਲੋਕ ਕ੍ਰਿਸਚਨ ਹੋਈ ਜਾ ਰਹੇ ਨੇ। ਕ੍ਰਿਸਚਨਿਟੀ ਜੋ ਹੈ ਉਹਦੇ ਵਿੱਚ ਜ਼ਿਆਦਾ ਉਧਰ ਨੂੰ ਅਟਰੈਕਟ ਹੋ ਰਹੇ ਨੇ। ਕਾਰਨ ਕੀ ਹੈ? ਉਹ ਲੋਕ ਪੈਸਾ ਧਨ ਦਾ ਲਾਲਚ ਦੇ ਕੇ ਉਹਨਾਂ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੇ ਨੇ। ਤੇ ਜਿਹੜੇ ਲੋਕ ਸਰੀਰ ਕਰਕੇ ਇੰਨੀ ਪ੍ਰੋਬਲਮ ਉਹਨਾਂ ਨੇ ਝੱਲਣ ਦੇ ਬਾਵਜੂਦ ਵੀ ਗੁਰੂ ਤੇ ਭਰੋਸਾ ਰੱਖਿਆ ਆ, ਸਾਡਾ ਫਰਜ਼ ਬਣਦਾ ਹੈ ਵੀ ਜੇ ਇਹਨਾਂ ਲੋਕਾਂ ਦੀ, ਐਸੇ ਗੁਰਮੁਖਾਂ ਦੀ ਸੇਵਾ ਆਪਾਂ ਜੇ ਕਰ ਸਕਾਂਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੜੀ ਸਾਡੇ ਤੇ ਕਿਰਪਾ ਹੋਏਗੀ। ਤੇ ਅੰਮ੍ਰਿਤ ਤੁਸੀਂ ਪਹਿਲਾਂ ਤੋਂ ਛਕਿਆ ਸੀ, ਇੱਥੇ ਆ ਕੇ ਛਕਿਆ? ਨਹੀਂ ਜੀ, ਮੈਂ ਇੱਥੇ ਤੱਕ 15 ਸਾਲ ਹੋ ਗਏ। ਹਾਂਜੀ। ਤੇ ਤੁਸੀਂ ਵੀ ਅੰਮ੍ਰਿਤ ਛਕਿਆ ਜੀ? ਹਾਂਜੀ, ਸਾਡਾ ਦੋਨਾਂ ਦਾ। ਅੱਛਾ, ਮੈਂ ਹੈਰਾਨ ਹੁੰਨਾ ਕਈ ਵਾਰ ਨਾ, ਜਿਹੜੇ ਚੰਗੇ ਭਲੇ ਸਰੀਰ ਠੀਕ ਠਾਕ ਹੈ, ਬੜੇ ਵਧੀਆ ਨੇ, ਉਹ ਕਈ ਵਾਰ ਕਹਿੰਦੇ ਸਾਡੇ ਕੋਲ ਕਿਰਪਾਨ ਨਹੀਂ ਸਾਂਭੀ ਜਾਂਦੀ, ਸਾਡੇ ਕੋਲ ਕੇਸ ਨਹੀਂ ਸਾਂਭੇ ਜਾਂਦੇ। ਤੇ ਤੁਸੀਂ ਇਸ ਤਰ੍ਹਾਂ ਸਰੀਰ ਦੀ ਪ੍ਰੋਬਲਮ ਕਰਨ ਦੇ ਬਾਵਜੂਦ ਵੀ ਤੁਸੀਂ ਅੰਮ੍ਰਿਤ ਨੂੰ ਕਿਵੇਂ ਸੰਭਾਲਿਆ? ਇਹ ਮਿਲਿਆ ਜੀ ਸਭ ਕੁਝ। ਤਾਂ ਬਦਾਦ ਇੱਥੇ ਭੁੱਲੇ ਰਹੇ ਨਜ਼ਰ ਦੇ ਵੀ ਅਸੀਂ ਪਹਿਲਾਂ ਅੰਮ੍ਰਿਤ ਪਾਨ ਕਿਉਂ ਨਹੀਂ ਕੀਤਾ, ਵੀ ਸਾਨੂੰ ਐਡਾ ਜਿਹੜੀ ਸਾਡੀ ਖੁਸ਼ੀ ਹੈ ਜੀ ਘਰੋਂ ਵਿੱਚ ਜਾਂਦੇ ਹਾਂ ਅਸੀਂ, ਫਤਿਹ ਬੁਲਾਉਂਦੇ ਆ। 20 ਲੱਖ ਦੀ ਗੱਡੀ ਹੁੰਦੀ ਆ ਤੇ ਉਹ ਵੀ ਫਤਿਹ ਬੁਲਾਉਣੀ ਅਸੀਂ ਆ, ਸਾਨੂੰ ਅਗਰ ਮੂਹਰੇ ਬੁਲਾਉਂਦੇ ਆ। ਤੇ ਦੇਖੋ ਇਹ ਹੈ, ਜਿੱਥੇ ਚੰਗੇ ਭਲੇ ਵੀ ਅੰਮ੍ਰਿਤ ਤੋਂ ਦੂਰ ਹੁੰਦੇ ਨੇ, ਉੱਥੇ ਇੱਕ ਹੈਂਡੀਕੈਪਟ ਆਦਮੀ ਉਦੋਂ ਅੰਮ੍ਰਿਤ ਛਕਿਆ ਔਰ ਫਿਰ ਪਾਤਸ਼ਾਹ ਨੇ ਉਹਦੀ ਝੋਲੀ ਖਾਲੀ ਨਹੀਂ ਛੱਡੀ। ਭੈਣ ਜੀ ਤੁਸੀਂ ਅੰਮ੍ਰਿਤ ਕਿੰਨਾ ਚਿਰ ਹੋ ਗਿਆ ਛਕਿਆ? ਜੀ ਇਕੱਠਿਆਂ ਨੇ ਛਕਿਆ ਸੀ, ਮਹੀਨੇ ਬਾਅਦ। ਅੱਛਾ, ਇਕੱਠਿਆਂ ਨੇ ਛਕਿਆ ਸੀ। ਤੇ ਤੁਹਾਨੂੰ ਵੀ ਪਰੇਸ਼ਾਨੀ ਨਹੀਂ ਹੁੰਦੀ ਅੰਮ੍ਰਿਤ ਦੀ? ਨਹੀਂ, ਜਮਾ ਹੀ ਨਹੀਂ ਹੁੰਦੀ। ਤੁਸੀਂ ਦੇਖ ਰਹੇ ਹੋਵੋਗੇ ਭੈਣ ਜੀ ਨੇ ਆ ਪੈਰ ਦੇਖੋ, ਇਹ ਵੀ ਕਾਫੀ ਕਮਜ਼ੋਰ ਹੈ। ਤੇ ਪਹਿਲਾਂ ਕਹਿੰਦੇ ਵੀ ਜ਼ਿਆਦਾ ਪਰੇਸ਼ਾਨੀ ਸੀ, ਜਦੋਂ ਤੋਂ ਜੋੜਿਆਂ ਦੀ ਤੇ ਸੇਵਾ ਕਰਨ ਲੱਗੇ ਉਹ ਤੋਂ ਥੋੜਾ ਫਰਕ ਹੈ ਬਾਅਦ 'ਚ? ਬਹੁਤ ਜ਼ਿਆਦਾ ਫਰਕ ਹੈ ਜੀ। ਹਾਂਜੀ, ਬਹੁਤ ਜ਼ਿਆਦਾ ਫਰਕ ਹੈ। ਸਰੀਰ ਭਰ ਗਿਆ, ਉਹ ਜਿਹੜੇ ਸਰੀਰ ਕਮਜ਼ੋਰ ਸੀ। ਹੁਣ ਤੜਕੇ ਉੱਠਦੇ, ਤੜਕੇ ਉਹਨੇ ਇਸ਼ਨਾਨ ਪਾਣੀ ਕਰਕੇ ਚਾਹ ਪਿਆ ਕੇ ਬਾਣੀ ਪੜ੍ਹਦੇ 10 ਪੜ੍ਹੀ ਹੋਈ ਆ। ਤੇ ਆਹ ਲਵਾਰੀ ਬਣੀ ਹੋਈ ਆ, ਸਾਨੂੰ ਕਮਰਾ ਬਣਾ ਕੇ ਤਾਂ ਪਿੰਡ ਦਿਆਂ ਨੇ ਚਲ ਬਾਣੀ ਪੜ੍ਹ ਕੇ ਉੱਤੇ ਸਾਰਾ ਪਰਿਵਾਰ, ਤੂੰ ਬੱਤੀ ਸਾਰਾ ਪਰਿਵਾਰ ਜੁੜਿਆ ਸੀ ਤੇ ਸਪੈਸ਼ਲ ਸਾਡਾ ਕਮਰਾ ਪਾਇਆ। ਤੇ ਸਾਲ ਬਾਅਦ ਅਸੀਂ ਜੋ ਵੀ 3 ਪੌਂਡ ਸਾਨੂੰ ਸੰਗਤ ਦਿੰਦੀ ਆ ਤੇ ਸੁਖਮਨੀ ਸਾਹਿਬ ਦਾ ਪਾਠ ਕਰਾਉਂਦੇ ਆ। ਘਰ ਕਰਾਉਣੇ ਸੀ? ਹਾਂਜੀ, ਸੁਖਮਨੀ ਸਾਹਿਬ ਸਾਲ। ਠੀਕ ਹੈ ਜੀ। ਹੁਣ ਦੇਖੋ ਆਪ ਵੀ ਨਿਤਨੇਮ ਕਰਨਾ ਔਰ ਇਸ ਕੰਡੀਸ਼ਨ ਦੇ ਵਿੱਚ
ਮੇਰਾ ਖਿਆਲ ਹੈ ਜਿਵੇਂ ਮੈਂ ਹੁਣੇ ਗੱਲ ਕੀਤੀ ਵੀ ਚੰਗੇ ਭਲੇ ਬੰਦੇ ਵੀ ਅੰਮ੍ਰਿਤ ਨੂੰ ਛੱਡਦੇ ਜਾ ਰਹੇ ਨੇ ਔਰ ਅੰਮ੍ਰਿਤ ਭਾਰਾ ਲੱਗਦਾ ਹੈ, ਕਿਵੇਂ ਅੰਮ੍ਰਿਤ ਵੇਲੇ ਉੱਠਾਂਗੇ, ਕਿਵੇਂ ਨਿਤਨੇਮ ਕਰਾਂਗੇ। ਹੁਣ ਇਸ ਅਵਸਥਾ ਦੇ ਵਿੱਚ ਭੈਣ ਜੀ ਵੀ ਜਿਵੇਂ ਇਹਨਾਂ ਨੇ ਦੱਸਿਆ ਵੀ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਪਾਣੀ ਕਰਨਾ, ਨਿਤਨੇਮ ਕਰਨਾ, ਉਸ ਤੋਂ ਬਾਅਦ ਲੰਗਰ ਪਾਣੀ ਦੀ ਤਿਆਰੀ ਕਰਨੀ ਔਰ ਇੱਥੇ ਆ ਕੇ ਫਿਰ ਸੇਵਾ ਵੀ ਕਰਨੀ। ਇਹਨਾਂ ਨੂੰ ਹੁਣ ਕਿੰਨਾ ਸਮਾਂ ਹੋ ਗਿਆ ਇੱਥੇ ਸੇਵਾ ਕਰਦਿਆਂ ਨੂੰ ਭੈਣ ਜੀ ਨੂੰ? ਭੈਣ ਜੀ ਕਿੰਨਾ ਚਿਰ ਸਮਾਂ ਹੋਇਆ ਤੁਹਾਨੂੰ ਇੱਥੇ ਸੇਵਾ ਕਰਦਿਆਂ? ਮੈਂ ਜੀ ਇਹਨਾਂ ਨਾਲੋਂ ਬਾਅਦ ਚ ਲੱਗੀ ਹਾਂ, ਵਿਆਹ ਤੋਂ ਬਾਅਦ ਚ ਲੱਗੀ ਹਾਂ। 2 ਸਾਲ ਬਾਅਦ ਚ ਹਾਂ ਲੱਗੇ 2 ਸਾਲ ਬਾਅਦ ਚ ਠੀਕ ਹੈ, ਸ਼ਾਦੀ ਠੀਕ। ਹੋ ਗਈ। ਆ ਬੱਚੇ ਇੱਥੇ ਹੋਇਆ ਜੀ, ਨਿੱਕੇ ਨਿੱਕੇ ਸੀ ਆਈ ਪਾਲੇ ਨੇ ਤਾਂ ਇੱਥੇ ਪਲ ਕੇ ਟੰਡ ਦੇ ਬੱਚੇ। ਤੇ ਹੁਣ ਮਤਲਬ ਆਮਦਨ ਦਾ ਜ਼ਰੀਆ ਬਸ ਇਹ ਸੰਗਤਾਂ ਦਾ ਪਿਆਰ ਹੀ ਆ ਬਸ। ਹਾਂ ਜੀ ਪਿਆਰ ਹੀ ਹੈ ਜੀ, ਕੋਈ ਸਾਡੀ ਬਾਜ ਵੀ ਨਹੀਂ ਕਰ ਦੋਗੇ ਤੇ ਕਿ ਨਹੀਂ ਤਾਂ ਨਹੀਂ, ਕੋਈ ਘਰੇ ਨਹੀਂ ਸਾਡੀ, ਕੋਈ ਪਿੰਡ ਨਹੀਂ ਹੈਗੀ। ਨਹੀਂ, ਬੜੇ ਲੋਕ ਇਸ ਤਰ੍ਹਾਂ ਕਹਿੰਦੇ ਨੇ ਵੀ ਗੁਰਦੁਆਰਿਆਂ ਵਿੱਚ ਗੁਰੂ ਦੀ ਸੇਵਾ ਵਿੱਚ ਜਿਹੜੇ ਤਨ ਦੇ ਰੋਗ ਲੱਗੇ ਆ ਇਹ ਦੂਰ ਨਹੀਂ ਹੁੰਦੇ, ਤੇ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਵੀ ਸਾਡਾ ਇਹ ਦੂਰ ਹੋ? ਨਹੀਂ, ਅਸੀਂ ਕਹਿੰਦੇ ਸੀ ਤਾਂ ਕੋਈ ਕਹਿੰਦੇ ਅਤੇ ਬੈਰੀ ਤੋਂ ਸ਼ਬਦ ਵੀ ਕਹਿੰਦੇ ਨਿਤਨੇਮ ਕਰੋ, ਸਾਡੀ ਤਾਂ ਅਸੀਂ ਜ਼ਿੰਮੇਵਾਰੀ ਚੱਕਦੇ, ਸਾਨੂੰ ਇੰਨਾ ਗੁਰੂ ਸਾਹਿਬ ਤੇ ਭਰੋਸਾ ਵੀ ਦੁੱਖ ਟੁੱਟਣਗੇ ਕਿਉਂ ਨਾ। ਨਹੀਂ, ਕਈ ਸਾਡੇ ਧਰਮ ਦੇ ਜਿਹੜੇ ਪ੍ਰਚਾਰਕ ਨੇ, ਸਾਡੇ ਵੀਰ ਭਰਾ ਨੇ, ਉਹ ਬੜੇ ਇਹ ਗੱਲ ਕਹਿੰਦੇ ਨੇ ਵੀ ਜਦੋਂ ਆਪਾਂ ਬਾਣੀ ਪੜ੍ਹਦੇ ਆ ਜਾਂ ਸੰਗਤਾਂ ਵਿੱਚ ਜਾਂਦੇ ਆ ਉਹਦੇ 'ਚ ਅੰਦਰ ਦੀ ਤਾਕਤ ਤਾਂ ਮਿਲਦੀ ਹੈ, ਅੰਦਰ ਦਾ ਜਿਹੜਾ ਅੰਦਰੋਂ ਬੰਦਾ ਸਟਰੋਂਗ ਹੁੰਦਾ, ਸਰੀਰ ਦੇ ਦੁੱਖ ਨਹੀਂ ਦੂਰ ਹੁੰਦੇ। ਸਰੀਰ ਦੇ ਦੁੱਖ ਤਾਂ ਸਾਨੂੰ ਦਵਾਈ ਦਾਰੂ ਨਾਲ ਹੀ ਦੂਰ ਹੋਣੇ ਨੇ। ਤੇ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਸੇਵਾ ਦੇ ਵਿੱਚੋਂ ਇਹ ਤੁਹਾਡੇ ਨਾਲ ਇਹ ਕੌਤਕ ਕਿਵੇਂ ਹੋਇਆ? ਨਹੀਂ ਕੌਤ ਕਿਵੇਂ ਹੋਇਆ ਜੀ, ਕਹਿੰਦੇ ਤਾਂ ਦਵਾਈ ਨਾਲ ਦੁਆ ਚੰਗੀ ਕੰਮ ਕਰਦੀ ਆ, ਗੁਰੂ ਸਾਹਿਬ ਮੂਹਰੇ ਦੁਆ ਕਰਾਂਗੇ ਫੇਰ ਹੀ ਦਵਾਈ ਕੰਮ ਕਰਦੀ ਆ, ਨਹੀਂ ਕਰਦੀ। ਤੇ ਤੁਸੀਂ ਆਪਣੇ ਕੋਈ ਦਵਾਈ ਨਹੀਂ ਲਈ ਨਹੀਂ ਸਰੀਰ? ਕੋਈ ਦਵਾਈ ਨਹੀਂ ਜੀ, ਤੁਹਾਨੂੰ ਇੱਥੇ ਰੋਟੀ ਵੀ ਸਿਖਾ ਸਕਦਾ ਮੈਂ, ਰੋਟੀ ਵੀ ਮੈਨੂੰ ਘਰ ਵਾਲੀ ਇੱਥੇ ਖਵਾ ਛੱਡ ਕੇ ਉੱਡ ਗਈ ਸੀ। ਜਾਣ ਵਾਲੀ ਹੈ ਨਹੀਂ ਸੀ ਬਾਬਾ ਜੀ, ਦਵਾਈ ਕਿਹਨੇ ਦਵਾਉਣੀ ਸੀ? ਦਵਾਈ ਕਿਹਨੂੰ ਜਾਣ ਵਾਲੀ ਹੈ ਨਹੀਂ ਸੀ ਕੋਈ ਦਵਾਈ। ਲਿਜਾਣ ਵਾਲਾ ਕੋਈ ਨਹੀਂ ਸੀਗਾ। ਤੇ ਇਹ ਹੁਣ ਜੋ ਪ੍ਰਸ਼ਾਦ ਤੁਸੀਂ ਨਾਲ ਲੈ ਕੇ ਜਦੋਂ ਤਿਆਰ ਕਰਦੇ ਸਵੇਰੇ ਭੇਜਦੇ ਆ ਜਾਂ ਇੱਥੇ ਲੰਗਰ ਤੋਂ ਛਕਦੇ ਆ ਜਾਂ ਫਿਰ ਕਿਵੇਂ? ਅਸੀਂ ਐਸ ਵਕਤ ਇੱਥੇ ਸਕਦੇ ਆ, ਘਰੇ ਤਾਂ 2 ਟਾਈਮ ਬਣਾਉਣੇ ਆ ਅਸੀਂ, ਬੱਚੇ ਸਕੂਲ ਜਾਂਦੇ ਨਾ। ਹਾਂ ਜੀ, ਫਿਰ ਰੋੜ ਕੇ ਜਿਹੜੀ ਸਾਰਾ ਪਾਣੀ ਸਮਾਨ ਕੋਲੇ ਰੱਖਿਆ ਹੋਇਆ, ਰੋੜ ਕੇ ਸਾਰਾ ਕੰਮ ਕਰਦੀ ਆ। ਤੇ ਦੇਖੋ ਕਈ ਗੱਲਾਂ, ਕਈ ਸਵਾਲ ਆਉਂਦੇ ਨੇ, ਕਈ ਬੀਬੀਆਂ ਭੈਣਾਂ ਉਹਨਾਂ ਦੇ ਪਤੀ ਕਮਾਈਆਂ ਕਰਦੇ ਨੇ ਬੜੀ ਵੱਡੀਆਂ, ਘਰ ਆਏ ਪਤੀ ਦੀ ਸੇਵਾ ਤਾਂ ਕੀ ਕਰਨੀ। ਮੋਬਾਈਲ ਇੱਕ ਐਡੀ ਭੈੜੀ ਚੀਜ਼ ਆ ਗਈ, ਚੰਗੀ ਵੀ ਹੈ, ਬੜੀਆਂ ਚੰਗੀਆਂ ਚੀਜ਼ਾਂ ਮਿਲਦੀਆਂ ਨੇ। ਦੇਖੋ ਹੁਣ ਇਹਦੇ ਰਾਹੀਂ ਤੁਸੀਂ ਸਾਰੇ ਇਹਨਾਂ ਦੀ ਜੀਵਨ ਦੀ ਦਾਸਤਾਨ ਸੁਣ ਰਹੇ ਹੋ, ਪਰ ਉਹਦੇ ਉੱਤੇ ਗੇਮ ਜਾਂ ਹੋਰ ਐਸੀਆਂ ਚੀਜ਼ਾਂ ਨੂੰ ਦੇਖ ਕੇ ਆਪਣੇ ਪਰਿਵਾਰ ਦੇ ਵਿੱਚ ਸੇਵਾ ਵਾਲੀ ਜਿਹੜੀ ਭਾਵਨਾ ਖਤਮ ਹੁੰਦੀ ਜਾ ਰਹੀ ਹੈ। ਸਾਡਾ ਪਤੀ ਕੌਣ ਹੈ, ਪਤੀ ਵਾਸਤੇ ਪਤਨੀ ਕੌਣ ਹੈ, ਕੋਈ ਇਸ ਚੀਜ਼ ਦਾ ਇੱਜ਼ਤ ਮਾਣ ਸਤਿਕਾਰ ਬਿਲਕੁਲ ਨਹੀਂ ਰਿਹਾ। ਔਰ ਉਹਨਾਂ ਵਾਸਤੇ ਵੀ ਇੱਕ ਬੜਾ ਵੱਡਾ ਮੈਸੇਜ ਹੈ। ਭੈਣ ਜੀ ਤੁਸੀਂ ਜਿਹੜੀਆਂ ਭੈਣਾਂ ਆਪਣੇ ਪਰਿਵਾਰ ਨੂੰ, ਆਪਣੇ ਪਤੀ ਨੂੰ ਚੰਗੀਆਂ ਭਲੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਸੇਵਾ ਨਹੀਂ ਕਰਦੀਆਂ, ਕੀ ਕਹਿਣਾ ਚਾਹੋਗੇ? ਚਾਹੀਦੀ ਹੈ ਜੀ ਕਰਨੀ। ਤੇ ਤੁਸੀਂ ਇਸ ਅਵਸਥਾ 'ਚ ਕਿਵੇਂ ਕਰ ਲੈਂਦੇ ਹੋ? ਹਾਂ ਜੀ ਕਰ ਲੈਣੀ ਹੈ ਜੀ ਬਾਬਾ ਜੀ, ਖੁਸ਼ੀ ਤੁਹਾਨੂੰ ਅਜੀਬ ਜਿਹਾ ਨਹੀਂ ਲੱਗਦਾ? ਜੀ ਨਹੀਂ ਲੱਗਦਾ, ਔਖਾ ਤਾਂ ਲੱਗਦਾ ਹੀ ਹੋਏਗਾ। ਨਹੀਂ ਜੀ ਲੱਗਦਾ ਜੀ। ਦੇਖੋ ਕਹਿੰਦੇ ਫਿਰ ਵੀ ਔਖਾ ਨਹੀਂ ਲੱਗਦਾ। ਤੇ ਤੁਹਾਡੀ ਸੇਵਾ ਕਰਦੇ ਨੇ ਜੀ? ਹਾਂਜੀ ਹਾਂਜੀ, ਸੇਵਾ ਜੀ ਸਾਨੂੰ ਤਾਂ ਪਿਆਰ ਨੂੰ ਚਾਹ ਬਣਾਉਂਦੇ ਆ, ਚਾਹ ਪਾਣੀ ਪੀ ਕੇ ਇਸ਼ਨਾਨ ਪਾਣੀ ਕਰਦੇ ਆ, ਸਾਰਾ ਜਿਹੜੀ ਜ਼ਿੰਮੇਵਾਰੀ ਸਾਡੀ ਇਹਦੀ ਆ, ਚੌਏ ਜਵਾਕਾਂ ਦੀ ਵੀ, ਮੇਰੀ ਵੀ, ਆਂਢ ਗੁਆਂਢ ਦੀ ਵੀ। ਕਿਸੇ ਨੂੰ ਚੀਜ਼ ਦੇਣੀ ਮੌਕੇ 'ਤੇ ਪਾ ਕੇ, ਕਿਸੇ ਨੂੰ ਕੁਛ ਦੇਣਾ। ਜਿਹੜੇ ਆਂਢ ਗੁਆਂਢ ਆਉਂਦੇ ਸਾਡੀ ਬਾਹਰ ਮਤਾ ਖੁੱਲ੍ਹਦਾ ਵੀ ਜਿਹੜੇ ਇਹਦੇ ਤਾਂ ਕੋਈ ਨਾ ਕੋਈ ਬਾਹਰ 'ਚ ਖੜ੍ਹੇ ਹੁੰਦੇ ਆ। ਹੁਣ 2 ਬੱਚੇ ਸਾਰੇ ਦੇ ਬਾਹਰ 'ਚ ਖੜ੍ਹੇ ਸੀ ਵੀ ਕਦੋਂ ਬਾਹਰ ਖੁੱਲ੍ਹੇ ਤੇ ਜਾਈਏ ਅਸੀਂ। ਵਾਹ ਜੀ ਵਾਹ, ਠੀਕ ਹੈ। ਤੇ ਦੇਖੋ ਕਈ ਵਾਰ ਮਾਣ ਹੁੰਦਾ ਹੈ ਬੱਚਿਆਂ ਨੂੰ ਆਪਣੇ ਮਾਂ-ਬਾਪ ਦੇ ਉੱਤੇ ਵੀ ਸਾਡੇ ਕੋਲ ਵੀ ਬੜੀਆਂ ਸਾਰੀਆਂ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਹੋਣ। ਤੁਹਾਡੇ ਮਨ 'ਚ ਨਹੀਂ ਆਉਂਦਾ ਨਹੀਂ ਕਦੀ ਮਾਂ-ਬਾਪ ਨੂੰ ਮਹਿੰਗੇ ਮੋਬਾਈਲ ਫੋਨ ਜਾਂ ਹੋਰ ਚੀਜ਼ਾਂ ਖੇਡਣ ਵਾਸਤੇ ਜਾਂ ਮੋਟਰਸਾਈਕਲ, ਇਹ ਬੜੇ ਬੱਚੇ ਇਸ ਤਰ੍ਹਾਂ ਕਰਦੇ, ਤੁਹਾਡੇ ਮਨ 'ਚ ਨਹੀਂ ਕਦੇ ਆਉਂਦਾ? ਸਾਡੀ ਹਰ ਇੱਛਾ ਪੂਰੀ ਕਰਦੇ ਜੀ ਮਾਪੇ ਮੇਰੇ। ਮਾਂ-ਬਾਪ ਸਾਰੀਆਂ ਤੁਹਾਡੀਆਂ ਸ਼ੌਕ ਪੂਰੇ ਕਰਦੇ ਨੇ। ਹਾਂਜੀ। ਇਹ ਪੂਰੇ ਕਿਵੇਂ ਕਰਦੇ ਨੇ? ਆਮਦਨ ਦਾ ਸਾਧਨ ਤਾਂ ਕਹਿੰਦੇ ਹੈ ਹੀ ਨਹੀਂ ਸਾਡਾ ਕੋਈ। ਇਹ ਨਾਨਕੇ ਕਰ ਦਿੰਦੇ ਨਾਨਕੇ ਬਾਹਰ ਪਾਣੀ ਦੀ ਆ, ਠੀਕ। ਇਹ ਨਾਨਕੇ ਥੋੜੀ ਨਾਨਕਿਆਂ ਵੱਲੋਂ ਵੀ ਥੋੜਾ ਸਹਿਯੋਗ ਮਿਲਦਾ ਆ, ਬੜੀ ਚੰਗੀ ਗੱਲ ਹੈ। ਤੇ ਮੈਂ ਤਾਂ ਹੁਣ ਅਖੀਰ ਵਿੱਚ ਇਹੀ ਬੇਨਤੀ ਸਾਰਿਆਂ ਨੂੰ ਕਰਾਂਗਾ, ਇਹਨਾਂ ਆਪਣੇ ਜੀਵਨ ਦੀਆਂ ਘਟਨਾਵਾਂ ਦੱਸੀਆਂ ਨੇ ਸਾਡੇ ਨਾਲ ਕਿਸ ਤਰ੍ਹਾਂ ਹੋਇਆ, ਤੇ ਇੱਥੇ ਜੋੜਿਆਂ ਦੇ ਵਿੱਚੋਂ ਕਿਵੇਂ ਕਿਰਪਾ ਹੋਈ। ਔਰ ਡਾਕਟਰਾਂ ਦੇ ਕੋਲ ਹਸਪੀਟਲ ਵਿੱਚ ਇੱਕ ਦਿਨ ਵੀ ਨਹੀਂ ਗਏ ਕਿਸੇ ਡਾਕਟਰ ਨੂੰ ਦਿਖਾਉਣ, ਤੇ ਨਾ ਇਹ ਆਪ ਗਏ ਤੇ ਨਾ ਉਹ ਬੀਬੀ ਜੀ ਭੈਣ ਜੀ ਬੈਠੇ ਨੇ ਨਾ ਉਹਨਾਂ ਨੂੰ ਲੈ ਕੇ ਗਏ। ਇਸ ਜੋੜਿਆਂ ਦੇ ਵਿੱਚੋਂ ਹੀ ਸਾਰੀ ਇਹ ਕਿਰਪਾ ਹੋਈ ਹੈ। ਐਡੇ ਵੱਡੇ ਭਰੋਸੇ ਵਾਲਾ ਇਹ ਪਰਿਵਾਰ, ਭਰੋਸੇ ਵਾਲੇ ਇਹ ਜੀਵ, ਇਹਨਾਂ ਦਾ ਭਰੋਸਾ ਜਿਹੜਾ ਗੁਰੂ ਉੱਤੇ ਅਟੁੱਟ ਰਵੇ। ਇਸ ਵਾਸਤੇ ਜਿੰਨੇ ਵੀ ਗੁਰਮੁਖ ਪਿਆਰੇ ਤੁਸੀਂ ਸਾਰੇ ਬੈਠੇ ਹੋ ਔਰ ਤੁਹਾਡੇ ਅੰਦਰ ਇੰਨੀ ਸਮਰੱਥਾ ਹੈ ਸੇਵਾ ਕਰਨ ਦੀ, ਮੈਂ ਇਹਨਾਂ ਦਾ ਨੰਬਰ ਮੋਬਾਈਲ ਦਾ ਦੇ ਰਿਹਾ ਨਾਲ।
ਇਹਦੇ ਉੱਤੇ ਸਿੱਧੇ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰਕੇ ਇਹਨਾਂ ਨੂੰ ਅਕਾਊਂਟ ਦੇ ਵਿੱਚ ਪਾ ਦਿਓ ਜਾਂ ਜਿਵੇਂ ਵੀ ਹੈ ਜੋ। ਤੇ ਆਪਣਾ ਐਡਰੈਸ ਇੱਕ ਵਾਰ ਜ਼ਰੂਰ ਦੱਸ ਦਿਓ ਤੁਹਾਡਾ, ਜਿਹੜਾ ਸਾਫ਼ ਵੀ ਤੁਹਾਨੂੰ ਜੇ ਕੋਈ ਚਿੱਠੀ ਪੱਤਰੀ ਦੇ ਰਾਹੀਂ ਜਾਂ ਕੋਈ ਕਈ ਵਾਰ ਕੀ ਹੁੰਦਾ ਕੋਈ ਗੁਰਮੁਖ ਪਿਆਰਾ ਚੈੱਕ ਤੁਹਾਨੂੰ ਭੇਜਣਾ ਚਾਹੁੰਦਾ ਹੈ, ਉਹ ਇੱਕ ਵਾਰ ਆਪਣਾ ਐਡਰੈਸ ਜ਼ਰੂਰ ਦੱਸ ਦਿਓ। ਇਹ ਤਾਂ ਮਾਤਾ ਜੀ ਅਨਪੜ੍ਹ ਹੈ, ਇਹਨੂੰ ਦੱਸ ਪੜੀ ਕੌਂਕੇ ਕਲਾਂ ਜੀ ਪਿੰਡ ਸਾਡਾ। ਡਾਕਖਾਨਾ ਤੁਹਾਡਾ ਜੀ? ਡਾਕਖਾਨਾ ਆਪਣਾ ਕਹਿੰਦਾ ਪਤਾ ਕਿਹੜਾ ਲੱਗਦਾ ਜੀ, ਚਿੱਠੀ ਪੱਤਰ ਤਾਂ ਆਉਂਦਾ ਚਲੋ ਉਹ ਦੇਖੋ ਇਹ ਇਹਨਾਂ ਦੀ ਅਵਸਥਾ, ਇਹਨਾਂ ਨੂੰ ਗੁਰੂ ਘਰ ਦੀ ਸੇਵਾ ਤੱਕ ਮਤਲਬ ਹੈ। ਇਹਨਾਂ ਦਾ ਐਡਰੈਸ ਵੀ ਤੇ ਇਹਨਾਂ ਦਾ ਮੋਬਾਈਲ ਨੰਬਰ ਵੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿਆਂਗਾ, ਤੁਸੀਂ ਉੱਥੋਂ ਲੈ ਕੇ ਇਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੀ ਇਹ ਜਿਹੜੀ ਸੇਵਾ ਹੈ, ਤੁਹਾਡੀ ਸਭ ਤੋਂ ਵੱਡੀ ਕਮਾਈ, ਇਹਦੇ ਵਿੱਚੋਂ ਸਮਾਂ ਮੈਂ ਲਿਆ ਹੈ ਤੇ ਸੰਗਤਾਂ ਮੈਂ ਇਸ ਵਾਸਤੇ ਹੀ ਲਿਆ ਸੀ ਵੀ ਸੰਗਤਾਂ ਦਾ ਜਿੱਥੇ ਜਿਹੋ ਜਿਹਾ ਤੁਹਾਡਾ ਭਰੋਸਾ ਇਹੋ ਜਿਹਾ ਸੰਗਤਾਂ ਦਾ ਭਰੋਸਾ ਬਣ ਸਕੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।